सतनाम श्री वाहिगुरु साहिब जीओ। जीत फिरै सब देश दिशान को, बाजत ढोल मृदंग नगारे। गुंजत गूढ़ गजान के सुंदर, हिंसत ही है राज हजारे। भूत भविख भवान के भूपत, कौन गनै नहीं जात विचारे। श्रीपत श्री भगवान भजे बिनो, अंत को अंत के धाम सुधारे। भूत भविख भवान के भूपत, कौन गनै नहीं जात विचारे। श्रीपत श्री भगवान भजे बिनो, अंत को अंत के धाम सुधारे। वाहिगुरु जी का खालसा, वाहिगुरु जी की फतेह। परम सत्कार ते सन्मानयोग चबर छतर तखत दे मालक, जुगो जुग अटल सर्व सांझी वालता दे पैगंबर, दीन दुनिया दे राखे मनुखता दे सांझे रहबर, गुरता गद्दी ते सुभायमान हलत पलत के रखे। वालिय कुल आलम सरवरे कायनात साहिब कमाल, रोशने चिराग हाजरा हजूर जहरा जहूर सर्व कला भरपूर। दसां पातशाहियां दी आत्मिक जोत, शब्द गुर पीरा गहर गंभीरा। धन 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 साहिब श्री गुरु ग्रंथ साहिब जी महाराज। सतगुरां दी अपार किरपा बख्शिश रहमत होई। आपां सारियां नूं ही सतगुरां ने परमात्मा ने खुश होकर मनुखा जीवन दिता। मनुखा जन्म उस वाहिगुरु की कृपा नाल मिलिया। उस मनुखा जन्म नूं सफल करने वास्ते, समय नूं स्वासां नूं सफल करने वास्ते आप जी हर रोज की तरह अमृत वेले गुरुद्वारा सिंह शहीदां सुहाना विखे गुरु दरबार दियां हाजरियां भर के सिख कौम के महान शहीदां के विहड़े च पहुंच के शहीदां की सरदल ते नतमस्तक होके उन्हां महान शहीदां की और शहीदां की बेहद प्यार वाली संगत के चरण धूड़ मस्तक नाल ला के बख्शिश के पात्र बने हो, वडभागे हो, धनता दे योग हो। बड़े प्यार नाल आप जियां ने हजूरी रागी जथे की पावन रसना तो रबी गुरबाणी का कीर्तन सरवण किया। उपरंत सतगुरु पातशाह सानू सारियां नू अपनी गोद विच बिठा के कथा राही गुरमत विचारां की सांझ पाउण दा
ਸਮਾਂ ਵੀ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸਵੈ ਪ੍ਰਸਾਦ ਸਵਈਆਂ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਪੰਜ ਬਾਣੀਆਂ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜੋ ਸਾਡੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਨੇ। ਇਸ ਪਾਵਨ ਪਵਿੱਤਰ ਬਾਣੀ ਦੇ ਅੱਜ ਤੀਸਰੇ ਸਵਈਏ ਦੀ ਜੋ ਵਿਚਾਰ ਅਧੀਨ ਹੈ, ਉਹਦੀ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਕੇ ਉਸ ਸਵਈਏ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ, ਉਹਦੇ ਵਿੱਚ ਕੀ ਸੁਨੇਹਾ ਦਿੱਤਾ ਹੈ, ਕੀ ਹੁਕਮ ਕੀਤਾ ਹੈ, ਉਸ ਪਾਵਨ ਉਪਦੇਸ਼ ਨੂੰ ਅਸੀਂ ਸਾਰਿਆਂ ਨੇ ਆਪਣੇ ਮਨ ਵਿੱਚ ਜਗ੍ਹਾ ਦੇਣੀ। ਗੁਰੂ ਕੋਲ ਆਏ ਹਾਂ ਤੇ ਇੱਥੋਂ ਗੁਰੂ ਦਾ ਉਪਦੇਸ਼ ਲੈ ਕੇ ਘਰਾਂ ਨੂੰ ਜਾਣਾ ਹੈ, ਔਰ ਉਸ ਉਪਦੇਸ਼ ਨੂੰ ਕਮਾਉਣਾ ਵੀ ਹੈ। ਆਪਣੇ ਜੀਵਨ ਦੇ ਵਿੱਚ ਉਸ ਉਪਦੇਸ਼ ਨੂੰ ਲਾਗੂ ਵੀ ਕਰਨਾ ਹੈ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਜਿਵੇਂ ਪਹਿਲੇ ਸਵਈਏ ਵਿੱਚ ਮਹਾਰਾਜ ਨੇ ਕਿਹਾ, ਬੜਿਆਂ ਦਾ ਜ਼ਿਕਰ ਕੀਤਾ ਤੇ ਅਖੀਰ ਵਿੱਚ ਕਿਹਾ, ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਪਰਮਾਤਮਾ ਦੀ ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਉਹਦੇ ਪ੍ਰੇਮ ਦੇ ਰੰਗ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਜਾਣਾ। ਔਰ ਉਹਦੇ ਨਾਮ ਵਿੱਚ ਆਪਣੇ ਆਪ ਨੂੰ ਜੇ ਨਾ ਰੰਗਿਆ ਤਾਂ ਕਲਗੀਧਰ ਪਾਤਸ਼ਾਹ ਕਹਿੰਦੇ ਤੇਰੀ ਕੀਮਤ ਇੱਕ ਰੱਤੀ ਜਿੰਨੀ ਵੀ ਨਹੀਂ ਪਏਗੀ। ਤੇ ਅੱਜ ਦੇ ਇਸ ਸਵਈਏ ਵਿੱਚ ਆਖਰੀ ਤੁਕ ਚ ਮਹਾਰਾਜ ਕਹਿ ਰਿਹਾ, ਸ੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਵਾਰ-ਵਾਰ ਉਸ ਵਾਹਿਗੁਰੂ ਦੇ ਕਿਰਪਾ ਦੀ ਗੱਲ ਕੀਤੀ ਹੈ, ਉਸ ਵਾਹਿਗੁਰੂ ਦੀ ਬੰਦਗੀ ਇਬਾਦਤ ਦੀ ਗੱਲ ਕੀਤੀ ਹੈ, ਹਰ ਵੇਲੇ ਉਹਦਾ ਸ਼ੁਕਰਾਨਾ ਕਰਨ ਦੀ ਗੱਲ ਕੀਤੀ ਹੈ। ਤਾਂ ਕੀਤੀ ਹੈ ਕਿਉਂਕਿ ਦਸਮ ਪਾਤਸ਼ਾਹ ਨੇ ਹਰ ਪਲ, ਹਰ ਵੇਲੇ, ਹਰ ਮੋੜ ਤੇ ਆਪ ਵੀ ਸ਼ੁਕਰਾਨਾ ਕੀਤਾ। ਪਟਨਾ ਸਾਹਿਬ ਦੀ ਧਰਤੀ ਤੇ ਨੇ, ਉੱਥੇ ਵੀ ਰੱਬੀ ਸ਼ੁਕਰਾਨੇ ਵਿੱਚ। ਆਨੰਦਪੁਰ ਸਾਹਿਬ ਆਏ, ਉੱਥੇ ਵੀ ਰੱਬੀ ਸ਼ੁਕਰਾਨੇ ਵਿੱਚ। ਭਾਵੇਂ ਕੀਮਤੀ ਭੇਟਾਵਾਂ ਆਈਆਂ ਤਾਂ ਵੀ ਸ਼ੁਕਰਾਨਾ ਹੈ, ਭਾਵੇਂ ਤਖਤ ਤੇ ਬੈਠਦਿਆਂ ਨੂੰ ਹੀ ਨਜ਼ਰਾਨੇ ਦੇ ਵਿੱਚ ਆਪਣੇ ਪਿਤਾ ਦਾ ਸੀਸ ਝੋਲੀ ਵਿੱਚ ਪਵਾਉਣਾ ਪਿਆ ਤਾਂ ਵੀ ਰੱਬ ਦਾ ਸ਼ੁਕਰਾਨਾ ਕੀਤਾ। ਆਨੰਦਪੁਰ ਸਾਹਿਬ ਛੱਡਣਾ ਪਿਆ ਤਾਂ ਵੀ ਉਸ ਵਾਹਿਗੁਰੂ ਦੇ ਸ਼ੁਕਰਾਨੇ ਚ ਰਹੇ, ਕੋਈ ਉਲਾਂਭਾ ਨਹੀਂ ਦਿੱਤਾ। ਪਰਿਵਾਰ ਵਿਛੋੜਾ ਹੋਇਆ ਤਾਂ ਵੀ ਸ਼ੁਕਰਾਨੇ ਵਿੱਚ ਨੇ, ਉੱਥੇ ਵੀ ਨਿਤਨੇਮ ਹੋ ਰਿਹਾ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਕੋਈ ਬੱਚਿਆਂ ਨੂੰ ਨਹੀਂ ਲੱਭਿਆ ਜਾ ਰਿਹਾ ਵੀ ਮੇਰੇ ਛੋਟੇ ਸਾਹਿਬਜ਼ਾਦੇ ਕਿੱਥੇ। ਉੱਥੇ ਵੀ ਰੱਬੀ ਬਾਣੀ ਦਾ ਕੀਰਤਨ ਹੋਇਆ, ਨਿਤਨੇਮ ਹੋਇਆ, ਸਾਚੇ ਨਾਮ ਕੀ ਲਾਗੇ ਭੂਖ। ਪਰਮਾਤਮਾ ਦੀ ਬੰਦਗੀ ਵੱਲ ਸਾਰਾ ਧਿਆਨ ਹੈ, ਉਹਦੀ ਯਾਦ ਵਿੱਚ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਪਰ ਰੱਬੀ ਯਾਦ ਨਹੀਂ ਵਿਸਰਨੀ ਚਾਹੀਦੀ। ਚਮਕੌਰ ਦੀ ਗੜੀ ਵਿੱਚ ਜਾਂਦੇ ਆ, ਉੱਥੇ ਵੀ ਸਤਪੁਰ ਦੀ ਸ਼ਾਮ ਸਤਿਗੁਰੂ ਔਰ ਸਿੱਖ ਸਾਰੇ ਰਲ ਕੇ ਸੋਦਰ ਦੀ ਬਾਣੀ ਪੜ੍ਹਦੇ ਆ, ਦੀਵਾਨ ਸਜਦਾ, ਅੰਮ੍ਰਿਤ ਵੇਲਾ ਫਿਰ ਸੰਭਾਲਿਆ ਜਾਂਦਾ ਹੈ, ਫਿਰ ਨਿਤਨੇਮ ਕੀਰਤਨ ਹੁੰਦਾ ਹੈ। ਦੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਉੱਥੇ ਵੀ ਰੱਬ ਦਾ ਸ਼ੁਕਰਾਨਾ ਹੈ। ਚਮਕੌਰ ਦੀ ਗੜੀ ਛੱਡ ਕੇ ਜਾਂਦੇ ਆ, ਮਾਛੀਵਾੜੇ ਦਾ ਜੰਗਲ ਆਉਂਦਾ, ਉੱਥੇ ਵੀ ਇੱਕ ਸੱਦ ਗਾਈ, ਇੱਕ ਖਿਆਲ ਆਇਆ, ਜਿਸ ਖਿਆਲ ਵਿੱਚ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਤੁਧ ਬਿਨ, ਤੇਰੇ ਤੋਂ ਬਿਨਾ ਰਜਾਈਆਂ ਹੋਣ, ਰਜਾਈਆਂ ਲੈ ਕੇ ਅਸੀਂ ਚੰਗੇ ਮਹਿਲਾਂ 'ਚ ਪਏ ਹੋਈਏ, ਆਰਾਮ ਕਰ ਰਹੇ ਹੋਈਏ ਤਾਂ ਇਉਂ ਲੱਗਦਾ ਰੱਬੀ ਯਾਦ ਤੋਂ ਬਿਨਾਂ ਜਿਵੇਂ ਨਾਗ ਨਿਵਾਸਾਂ ਦੇ ਰਹਿਣਾ, ਜਿਵੇਂ ਸੱਪ ਖੁੱਡਾਂ ਵਿੱਚ ਬੈਠੇ ਆ। ਇਦਾਂ ਦਾ ਹੀ ਉਹਦਾ ਜੀਵਨ ਹੈ ਜਿਹੜਾ ਰੱਬੀ ਯਾਦ ਤੋਂ ਬਿਨਾਂ ਕਿਸੇ ਮਹਿਲ ਦੇ ਵਿੱਚ ਬੈਠਾ। ਉੱਥੇ ਵੀ ਰੱਬੀ ਯਾਦ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਵੀ ਰੱਬ ਦਾ ਸ਼ੁਕਰਾਨਾ। ਔਰ
ਦੀਨੇ ਕਾਂਗੜ ਜਾके ਜਦੋਂ ਜਫਰਨਾਮਾ ਲਿਖਿਆ, ਜਫਰਨਾਮੇ ਵਿੱਚ ਕੋਈ ਰੱਬ ਨੂੰ ਉਲਾਮਾ ਨਹੀਂ ਦਿੱਤਾ ਗਿਆ, ਕੋਈ ਸ਼ਿਕਵਾ ਨਹੀਂ ਕੀਤਾ, ਉਹਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਉਹਦੇ ਵਿੱਚ ਵੀ ਇਹੀ ਕਿਹਾ ਔਰੰਗਜ਼ੇਬ, ਮੇਰੇ ਨਾਲ ਮੇਰਾ ਪ੍ਰਮਾਤਮਾ ਸੀ, ਮੇਰੇ ਨਾਲ ਮੇਰਾ ਵਾਹਿਗੁਰੂ ਅਕਾਲ ਪੁਰਖ, ਜਿਹੜਾ ਇੱਕ ਮਾਛੀਵਾੜ ਦੇ ਜੰਗਲ ਵਿੱਚ ਵੀ ਮਹਾਰਾਜ ਨੇ ਫਤਿਹਨਾਮਾ ਲਿਖਿਆ। ਉਹਦੇ ਵਿੱਚ ਕਿਹਾ, ਨਾ ਰਾਜ਼ੀਂਦਾ ਤਨ ਨਾ ਰਾਜ਼ੀਂਦਾ ਮੂਏ, ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਨਾ ਰਾਜ਼ੀਂਦਾ ਤਨ, ਮੇਰੇ ਤਨ ਤੇ ਇੱਕ ਖਰੋਚ ਤੱਕ ਨਹੀਂ ਆਈ, ਤੇਰਾ 10 ਲੱਖ ਦਾ ਘੇਰਾ ਹੋਵੇ। ਕਿਉਂ? ਕਿਉਂਕਿ ਕਿ ਆ ਖੁਦਾਵਰਦ, ਦੁਸ਼ਮਨ ਸ਼ਿਕਨ, ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਖੁਦਾ ਪਰਮਾਤਮਾ ਰੱਬ ਮੈਨੂੰ ਆਪ ਉਸ ਗੜੀ ਵਿੱਚੋਂ ਬਾਹਰ ਲਿਜਾਣ ਵਾਸਤੇ ਆ ਗਿਆ। ਰੱਬੀ ਯਾਦ ਹੈ। ਫਿਰ ਅੱਜ ਮਹਾਰਾਜ ਸਾਹਿਬ ਨੇ ਕਿਹਾ, ਗੁਰਮਤ ਦੇ ਅੰਦਰ ਰਾਜਿਆਂ ਦਾ ਜ਼ਿਕਰ ਬਹੁਤ ਆਇਆ, ਰਾਜਿਆਂ ਦੀਆਂ ਉਦਾਹਰਨਾਂ ਆਈਆਂ, ਰਾਜ ਮਾਲ, ਰਾਜ ਰੰਗ, ਮਾਲ ਰੰਗ, ਰੰਗ ਰਤਾ ਨੱਚੈ ਨੰਗ, ਬੜੀਆਂ ਉਦਾਹਰਨਾਂ ਨੇ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਤਾਂ ਹੋਰ ਵੀ ਬੜੀਆਂ ਇਦਾਂ ਦੀਆਂ ਉਦਾਹਰਨਾਂ ਮਿਲਦੀਆਂ। ਤਾਂ ਮਹਾਰਾਜ ਸਾਹਿਬ ਕਹਿੰਦੇ ਆ, ਰਾਜ ਭਾਗ ਹੋਣਾ ਕੋਈ ਮਾੜੀ ਗੱਲ ਨਹੀਂ, ਚੰਗੇ ਮਹਿਲ ਹੋਣ, ਫੌਜਾਂ ਹੋਣ, ਦੌਲਤ ਸ਼ੌਹਰਤ ਸਭ ਕੁਝ ਹੋਵੇ, ਕੋਈ ਮਾੜੀ ਗੱਲ ਨਹੀਂ। ਪਰ ਇੰਨਾ ਕੁਝ ਹੁੰਦਿਆਂ ਜੇ ਰੱਬੀ ਯਾਦ ਨਾ ਹੋਵੇ, ਫਿਰ ਬੜੀ ਮਾੜੀ ਗੱਲ। ਉਹ ਪ੍ਰਵਾਨ ਨਹੀਂ ਜਿਨ੍ਹਾਂ ਕੋਲੇ ਸੰਸਾਰਕ ਤੌਰ ਤੇ ਸਭ ਕੁਝ ਹੈ, ਲੇਕਿਨ ਪਰਮਾਤਮਾ ਦੀ ਯਾਦ ਨਾ ਉਹਨਾਂ ਕੋਲੇ ਰੱਬੀ ਯਾਦ, ਨਾ ਸਿਮਰਨ ਹੈ, ਨਾ ਸੇਵਾ, ਨਾ ਇਬਾਦਤ, ਨਾ ਬੰਦਗੀ। ਉਹਨਾਂ ਦਾ ਇਹ ਸਭ ਕੁਝ ਨਾਸ਼ਵੰਤ ਚੀਜ਼ਾਂ ਨਾਲ ਜਿਹੜੇ ਜੁੜੇ ਆ, ਉਹਨਾਂ ਨੂੰ ਕੋਈ ਥਾਂ ਨਹੀਂ। ਕੱਲ ਵੀ ਮਹਾਰਾਜ ਸਾਹਿਬ ਨੇ ਜਿਵੇਂ ਪਹਿਲੇ ਸਵਈਏ ਵਿੱਚ, ਅੱਜ ਦੀ ਗੱਲ ਤਾਂ ਵੈਸੇ ਇੱਥੋਂ ਸ਼ੁਰੂ ਹੋ ਰਹੀ ਆ, ਤਲੇ ਕੁੰਚਰੀਆ ਸਿਰ ਕਨਕ ਛਤਰੀਆ, ਉਹ ਰਾਜਿਆਂ ਦੀ ਗੱਲ ਮਹਾਰਾਜ ਕਰਨ ਲੱਗਿਆ। ਇੱਕ ਉਹ ਰੰਗ ਜਿਨ੍ਹਾਂ ਦੇ ਹੇਠਾਂ ਬੜੀ ਸਜਾਵਟ ਨਾਲ ਸਜਾਏ ਹੋਏ ਹਾਥੀ ਹੋਣ, ਤਲੇ ਕੁੰਚਰੀਆ, ਕੁੰਚਰੀਆ ਹਾਥੀ ਨੂੰ ਕਹਿੰਦੇ ਆ, ਉਹਨਾਂ ਦੀ ਸਵਾਰੀ ਵਾਸਤੇ ਰਾਜਿਆਂ ਦੀ। ਔਰ ਸਿਰ ਕਨਕ ਛਤਰੀਆ, ਕਨਕ ਸੋਨੇ ਨੂੰ ਕਹਿੰਦੇ, ਸਿਰ ਤੇ ਸੋਨੇ ਦੇ ਛਤਰ ਝੂਲਦੇ ਹੋਣ। ਪਰ ਹਰ ਭਗਤ ਬਿਨਾ ਲੈ ਧਰਨ ਗੱਡ ਲਿਆ। ਸੋਨੇ ਦੇ ਛਤਰਾਂ ਵਾਲੇ ਰਾਜੇ ਜਿਹੜੇ ਚੰਗੇ ਨਸਲਾਂ ਵਾਲੇ ਹਾਥੀਆਂ ਦੀ ਸਵਾਰੀ ਕਰਦੇ ਆ, ਹਰ ਭਗਤ ਬਿਨਾ, ਜਿਨ੍ਹਾਂ ਕੋਲੇ ਹਰੀ ਦੀ ਭਗਤੀ ਨਹੀਂ, ਰੱਬੀ ਯਾਦ ਨਹੀਂ, ਰੱਬ ਦੀ ਇਬਾਦਤ ਨਹੀਂ, ਲੈ ਧਰਨ ਗੱਡ ਲਿਆ, ਅਖੀਰ ਇਹਨਾਂ ਨੂੰ ਵੀ ਧਰਤੀ ਵਿੱਚ ਹੀ ਗੱਡਿਆ ਜਾਣਾ, ਕਬਰਸਤਾਨ ਚ ਪਾਇਆ ਜਾਣਾ, ਇਹਨਾਂ ਦੇ ਸਰੀਰ ਨੇ ਮਿੱਟੀ ਬਣ ਜਾਣਾ। ਏਦਾਂ ਦੇ ਸਤਿਗੁਰੂ ਅੱਜ ਉਦਾਹਰਨਾਂ ਦੇ ਰਿਹਾ। ਮਹਾਰਾਜ ਕਹਿੰਦੇ, ਇਹੋ ਜਿਹੇ ਰਾਜੇ ਵੀ ਆਏ ਤੇ ਚਲੇ ਗਏ, ਜਿਨ੍ਹਾਂ ਦੇ ਸਿਰ ਤੇ ਸੋਨੇ ਦੇ ਛਤਰ ਝੂਲਦੇ ਸਨ। ਅੱਜ ਉਸ ਰੰਗ ਦੀ ਗੱਲ ਕੀਤੀ ਹੈ ਜਿਹਨੂੰ ਰਾਜਨੀਤਿਕ ਰੰਗ ਕਿਹਾ ਜਾਂਦਾ, ਕਿਉਂਕਿ ਪਹਿਲਾਂ ਮਹਾਰਾਜ ਸਾਹਿਬ ਨੇ ਜਿਹੜੇ ਸਵਈਆਂ ਦੀ ਆਰੰਭਤਾ ਵਿੱਚ ਧਾਰਮਿਕ ਲੋਕਾਂ ਦਾ, ਵੱਖ-ਵੱਖ ਮਤ ਮਤਾਂਤਰਾਂ ਵਾਲਿਆਂ ਦਾ, ਉਹਦੇ ਵਿੱਚ ਉਹਨਾਂ ਰੰਗਾਂ ਦਾ ਜ਼ਿਕਰ ਕੀਤਾ ਜਿਹੜੇ ਸਰੇਵੜੇ ਨੇ, ਜੈਨੀ ਨੇ, ਬੋਧੀ ਨੇ, ਜੰਗਮ ਨੇ, ਸੰਨਿਆਸੀ ਨੇ, ਜੋਗੀ ਨੇ, ਧਾਰਮਿਕ ਲਿਬਾਸ ਵਿੱਚ ਰੰਗੇ ਹੋਏ ਰੰਗਾਂ ਵਾਲਿਆਂ ਦਾ ਜ਼ਿਕਰ ਕੀਤਾ। ਪਰ ਉਹਨਾਂ ਨੂੰ ਵੀ ਕਿਹਾ, ਕੋਈ ਨਾ ਦੇਖੇ ਤਾਂ ਪ੍ਰਾਨਪਤੀ ਕੇ, ਬੜੇ ਮਤ ਮਤਾਂਤਰਾਂ ਵਾਲੇ ਵੇਖੇ, ਬੜੇ ਧਾਰਮਿਕ ਲਿਬਾਸਾਂ ਦੇ ਰੰਗ ਵਿੱਚ ਰੰਗੇ ਹੋਏ ਵੇਖੇ, ਪਰ ਕੋਈ ਵੀ ਇਹਨਾਂ ਵਿੱਚੋਂ ਪ੍ਰਾਨਪਤੀ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਮੈਨੂੰ ਨਹੀਂ ਮਿਲਿਆ। ਔਰ परमात्मा की याद तो बिना तो एक रत्ती बिन एक रत्ती के, रब्बी रंग विच रंगे तो बिना तो तेरी कीमत भाई। महाराज साहब कहते आ जिहड़ी एक रत्ती, रत्ती सब तो छोटा वजन है, उस तो भी घट तेरी कीमत होएगी, रत्ती भी तेरे नालों भारी होएगी। तो अज महाराज साहब ने जिथे वख-वख रंगां दा जिक्र किया, वैसे कल भी जिवें माते मतंग जरे जर संग अनूप उतंग सुरंग सवारे, कोट तुरंग कुरंग से कूदत पौन के गौन को जात नवारे, भारी पुजान के भूप भली बिद न्यावत शीस ना जात विचारे, एते भय तो कहां भय भूपत अंत को नागे ही पाए पधारे। और ਇਹਦੇ ਵਿੱਚ ਵੀ ਉਹਨਾਂ ਰਾਜ ਸ਼ਕਤੀ ਵਾਲੇ ਰੰਗਾਂ ਵਿੱਚ ਰੰਗਿਆ ਹੋਇਆਂ ਦਾ ਜ਼ਿਕਰ ਹੈ। ਤੇ ਅੱਜ ਦਾ ਸਵਈਆ ਵੀ ਇਦਾਂ ਹੀ ਹੈ। ਸਤਿਗੁਰੂ ਪਾਤਸ਼ਾਹ ਨੇ ਆਰੰਭਤਾ ਵਿੱਚ ਦੋ ਪਹਿਲੂ ਲਏ ਸਨ, ਇੱਕ ਭਗਤੀ ਰੰਗ ਜਿਹਦਾ ਜ਼ਿਕਰ ਪਹਿਲੇ ਸਵਈਏ ਚ ਆਇਆ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਵਰਿਓ ਕਰ ਜੋਗ ਜਤੀ ਕੇ। ਇੱਥੇ ਭਗਤੀ ਮਾਰਗ ਤੇ ਤੁਰਨ ਵਾਲਿਆਂ ਦੀ ਗੱਲ,
पर ਉਹਨਾਂ ਭਗਤੀ ਮਾਰਗ ਤੇ ਚੱਲਣ ਵਾਲਿਆਂ ਲਈ ਗੱਲ ਵੀ ਮਹਾਰਾਜ ਨੇ ਕੀਤੀ, ਪਰ ਨਾਲ ਇੱਕ ਉਲਾਂਭਾ ਵੀ ਸੀ। ਪਾਤਸ਼ਾਹ ਨੇ ਇੱਕ ਉਲਾਂਭਾ ਵੀ ਦਿੱਤਾ ਹੈ ਕਿ ਇਹ ਪ੍ਰਭੂ ਨੂੰ ਮਿਲਣਾ ਚਾਹੁੰਦੇ ਨੇ, ਠੀਕ ਹੈ, ਮਨਸ਼ਾ ਠੀਕ ਹੈ, ਪਰ ਰਸਤਾ ਗੁਰੂ ਕੋਲੋਂ ਨਹੀਂ ਪੁੱਛਿਆ। ਤੇ ਗੁਰੂ ਦਾ ਕੰਮ ਕੀ ਆ? ਭੁੱਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰੂ ਵਡਭਾਗੀ ਪਾਇਆ। ਗੁਰੂ ਭੁੱਲਿਆਂ ਨੂੰ ਮਾਰਗ ਤੇ ਪਾਉਂਦਾ, ਉਸ ਮਾਰਗ ਤੇ ਜਿੱਥੇ ਪਰਮਾਤਮਾ ਨੇ ਮਿਲਣਾ ਹੈ। ਇਹਨਾਂ ਸਾਰੇ ਧਾਰਮਿਕ ਲੋਕਾਂ ਦਾ ਜ਼ਿਕਰ ਕਰਕੇ ਇੱਕ ਮਹਾਰਾਜ ਨੇ ਉਲਾਂਭੇ ਵਾਲੀ ਗੱਲ ਕੀਤੀ ਕਿ ਇਹ ਰੱਬ ਨੂੰ ਮਿਲਣ ਦੀਆਂ ਗੱਲਾਂ ਕਰਦੇ ਆ, ਪਰ ਮਾਰਗ ਗੁਰੂ ਕੋਲੋਂ ਨਹੀਂ ਪੁੱਛਿਆ। ਮਾਰਗ ਇਹਨਾਂ ਨੇ ਆਪਣੇ ਆਪਣੇ ਬਣਾ ਲਏ। ਜਦ ਇਹਨਾਂ ਆਪਣੀ ਆਪਣੀ ਧਾਰੀ ਤਬ ਇਸਕੋ ਹੈ ਮੁਸ਼ਕਲ ਭਾਰੀ। ਉੱਥੇ ਵੱਡੀ ਮੁਸ਼ਕਲ ਖੜੀ ਹੋ ਗਈ ਜਦੋਂ ਇਹ ਆਪਣੇ ਆਪਣੇ ਮਾਰਗ, ਆਪਣੇ ਆਪਣੇ ਰਸਤੇ, ਆਪਣੇ ਆਪਣੇ ਜਿਹੜੇ ਨੇ ਪੰਥ ਬਣਾ ਕੇ ਉਹਨਾਂ ਤੇ ਤੁਰ ਪਏ। ਪੰਥ ਦਾ ਅਰਥ ਵੀ ਰਸਤਾ ਹੁੰਦਾ। ਸਤਿਗੁਰ ਪੁੱਛਣਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਇਹਨਾਂ ਨੇ ਮਾਰਗ ਗੁਰੂ ਕੋਲੋਂ ਨਹੀਂ ਪੁੱਛਿਆ, ਆਪਣੇ ਮਾਰਗ ਬਣਾ ਕੇ ਚੱਲ ਪਏ, ਆਪਣੀ ਮਰਜ਼ੀ ਦੇ ਮਾਰਗ ਬਣਾ ਲਏ। ਹੁਣ ਜਦੋਂ ਇੱਕ ਨੇ ਆਪਣੀ ਮਰਜ਼ੀ ਦਾ ਮਾਰਗ ਬਣਾ ਲਿਆ ਤਾਂ ਰਸਤੇ ਬਹੁਤ ਹੋ ਗਏ। ਹਰ ਇੱਕ ਨੇ ਬਣਾਇਆ ਰਸਤਾ। ਜਾਂ ਤਾਂ ਹੋਵੇ ਨਾ ਸਾਰਿਆਂ ਨੇ ਰਲ ਕੇ ਇੱਕ ਰਸਤਾ ਬਣਾਇਆ। 12 ਪੰਥ ਜੋਗੀਆਂ ਦੇ ਆ, 72 ਫਿਰਕੇ ਇਸਲਾਮ ਦੇ ਆ, ਸੂਫੀਆਂ ਦਾ ਮਤ ਆਪਣਾ, ਜੈਨੀਆਂ ਦਾ ਮਤ ਆਪਣਾ, ਬੁੱਧਿਜ਼ਮ ਦਾ ਆਪਣਾ, ਸਰੇਵੜੇ ਜੰਗਮ, ਕਿੰਨੇ ਮਤ ਨੇ, ਸਾਰਿਆਂ ਨੇ ਆਪੋ ਆਪਣੇ ਰਾਹ ਬਣਾ ਲਏ। ਹੁਣ ਰਾਹ ਕਿੰਨੇ ਹੋ ਗਏ? ਰਾਹ ਤਾਂ ਸਾਡੇ ਤੁਰੇ ਜਾਂਦੇ ਆ, ਕਿਤੇ ਦੋ ਸਾਹਮਣੇ ਆ ਜਾਣ, ਦੋ ਰਾਹ ਬਣ ਜਾਏ, ਉੱਥੇ ਬੰਦਾ ਦੁਬਿਧਾ ਚ ਪੈ ਜਾਂਦਾ। ਇੰਨੇ ਰਾਹਾਂ ਵਿੱਚ ਕਿੰਨੀ ਵੱਡੀ ਦੁਬਿਧਾ ਖੜੀ ਹੋਈ ਹੈ। ਕਿੰਨਾ ਇਨਸਾਨ ਕਨਫਿਊਜ਼ ਹੋਇਆ ਹੋਏਗਾ ਵੀ ਕਿਹੜਾ ਰਸਤਾ ਚੁਣਾ। ਸਾਰੇ ਦਾਅਵਾ ਕਰ ਰਹੇ ਵੀ ਸਾਡਾ ਰਸਤਾ ਠੀਕ ਹੈ, ਸਾਰੇ ਰੌਲਾ ਪਾ ਰਿਹਾ, ਏਜੰਟ ਖੜਾਇਆ, ਵੱਡੇ ਵੱਡੇ ਬੋਰਡ ਲਾਏ ਹੋਇਆ ਵੀ ਆਹ ਰਸਤੇ ਤੇ ਆਓ, ਇਹ ਸਿੱਧਾ ਰੱਬ ਦੇ ਘਰ ਨੂੰ। ਪਤਾ ਕਿਸੇ ਨੂੰ ਕੁਝ ਨਹੀਂ ਹੈ। ਆਪਣੇ ਆਪਣੇ ਰਸਤਿਆਂ ਦਾ ਉੱਥੇ ਪ੍ਰਚਾਰ ਕੀਤਾ ਜਾਂਦਾ ਹੈ, ਕਿਉਂਕਿ ਇਨਸਾਨ ਰਸਤਾ ਹੀ ਭੁੱਲਦਾ ਹੁੰਦਾ, ਮੰਜ਼ਿਲ ਨਹੀਂ। ਮੰਜ਼ਿਲ ਤਾਂ ਸਾਰਿਆਂ ਨੂੰ ਯਾਦ ਹੈ ਕਿ ਰੱਬ ਨੂੰ ਮਿਲਣਾ, ਤੇ ਰਾਹ ਭੁੱਲੇ ਹੋਏ। ਤੇ ਰਾਹ ਕੌਣ ਭੁੱਲਦਾ ਹੈ? ਮਨਮੁਖ ਭੁੱਲੀ ਬਹੁਤੀ ਰਾਹੀ। ਜਿਹੜੇ ਮਨਮੁਖ, ਮਨ ਦੇ ਪਿੱਛੇ ਚੱਲਣ ਵਾਲੇ, ਉਹ ਰਸਤੇ ਭੁੱਲਦੇ ਆ, ਫਾਥੀ ਮਾਇਆ ਫੰਦੇ। ਉਹ ਵਾਰ-ਵਾਰ ਰਸਤਿਆਂ ਨੂੰ ਭੁੱਲਦੇ ਆ, ਭੁੱਲੇ ਹੋਏ ਰਸਤਿਆਂ ਤੇ ਆਪ ਚੱਲਦੇ ਆ ਤੇ ਹੋਰਾਂ ਨੂੰ ਨਾਲ ਲੈ ਤੁਰਦੇ ਆ, ਨਾ ਆਪ ਮੰਜ਼ਿਲ ਤੇ ਨਾ ਅਗਲਾ ਮੰਜ਼ਿਲ ਤੇ। ਅੱਧ ਵਾਟੇ ਹੀ ਉਹ ਰਹਿ ਜਾਂਦੇ ਆ। ਰਾਹ ਬਹੁਤ ਹੋ ਗਏ, ਇਸ ਲਈ ਸੰਸਾਰ ਜਿਹੜਾ ਭਰਮ ਭੁਲੇਖਿਆਂ ਵਿੱਚ ਪੈ ਗਿਆ, ਦੁਬਿਧਾ ਚ ਪੈ ਗਿਆ। ਹਰ ਕੋਈ ਆਪਣੇ ਹੋਏ ਚਲਾਏ ਮਾਰਗ ਨੂੰ ਸਹੀ ਦੱਸ ਰਿਹਾ, ਬੜੇ ਦਾਅਵੇ ਨਾਲ ਕਹਿ ਰਿਹਾ ਕਿ ਮੇਰੇ ਪਿੱਛੇ ਤੁਰੇ ਚੱਲੋ, ਮੇਰੇ ਮਗਰ ਮਗਰ ਆਉਂਦੇ ਚੱਲੋ। ਉਹ ਸ਼ਕਤੀ ਦਾ ਇੱਕ ਪ੍ਰਤੀਕ ਬਣਨਾ ਚਾਹੁੰਦੇ ਆ, ਕਿਉਂਕਿ ਭਗਤੀ ਰੰਗ ਵਿੱਚ ਵੀ ਹਰ ਬੰਦੇ ਨੂੰ ਹੁੰਦਾ ਮੈਂ ਕਿਹੋ ਜਿਹੀ ਸ਼ਕਤੀ ਕ੍ਰੀਏਟ ਕਰਾਂ, ਇਹੋ ਜਿਹਾ ਸ਼ਕਤੀਸ਼ਾਲੀ ਭਗਤ ਬਣਾ, ਲੋਕ ਮੇਰੀ ਸ਼ਕਤੀ ਨੂੰ ਮੰਨਣ। ਮਨ ਚ ਇੱਛਾ ਹੈ, ਤੇ ਰਾਜਨੀਤਿਕ ਲੋਕਾਂ ਦੀ ਤਾਂ ਇੱਛਾ ਹੀ ਇਹ ਹੈ। ਤਾਂ ਇਸ ਰੰਗ ਵਿੱਚ ਵੀ ਉਹਨਾਂ ਨੂੰ ਪਤਾ ਵੀ ਕਿ ਲੋਕ ਜਿਹੜੇ ਆ ਇਹ ਸ਼ਕਤੀ ਦੇ ਅੱਗੇ ਝੁਕਦੇ ਆ, ਐਵੇਂ ਨਹੀਂ। ਪਰ ਜਿਹੜਾ ਆਮ ਸਧਾਰਨ ਮਨੁੱਖ ਸੀ ਉਹ ਬੜਾ ਦੁਬਿਧਾ ਵਿੱਚ ਪੈ ਗਿਆ ਕਿ ਕਿਹੜੇ ਰਸਤੇ ਤੇ ਮੈਂ ਚੱਲਾਂ ਤੇ ਰੱਬ ਮਿਲੇ। ਜੋਗੀ ਕਹੇ ਜੋਗ ਭਲ ਮਿੱਠਾ। ਜੋਗੀ ਕਹਿੰਦਾ ਮੇਰਾ ਰਸਤਾ ਠੀਕ ਹੈ, ਜਦ ਕਿ ਸਤਿਗੁਰਾਂ ਨੇ ਕਿਹਾ ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਨੂੰ ਪਤਾ ਹੀ ਕੁਛ ਨਹੀਂ। ਉਹਨਾਂ ਨੇ ਤਾਂ ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਉਹਨਾਂ ਦਾ ਬੜਾ ਵੱਡਾ ਸਵਾਲ ਖੜਾ ਹੋ ਗਿਆ, ਭਾਈ ਤੁਸੀਂ ਜੋਗ ਦੀਆਂ ਮੁੰਦਰਾਂ ਵੀ ਪਾਈਆਂ, ਜੁਗਤ ਤੁਹਾਡੇ ਕੋਲੇ ਹੈ ਨਹੀਂ, ਕਿਹੜੇ ਕਾਰਨ ਕਰਕੇ ਸਿਰ 'ਚ ਸਵਾਹ ਪਾ ਲਈ। ਜੋਗੀਆਂ ਤੇ ਤਾਂ ਬੜੇ ਹਾਸੋਹੀਣੀਆਂ ਟਿੱਪਣੀਆਂ ਹੋਈਆਂ। ਤਾਂ ਮਹਾਰਾਜ ਕਹਿ ਰਿਹਾ ਇਹ ਅਵਰ ਨਾ ਦੂਜਾ ਭਾਈ, ਇਹ ਕਹਿੰਦੇ ਆ ਸਾਡਾ ਰਸਤਾ ਠੀਕ ਆ, ਬਾਕੀ ਸਾਰੇ ਰਸਤੇ ਗਲਤ ਹੈ। ਜਦ ਕਿ ਇਹ ਜੋਗੀ ਗੁਰੂ ਨਾਨਕ ਨੂੰ ਪੁੱਛ ਰਹੇ ਆ ਮਾਤ ਲੋਕ ਵਿੱਚ ਕਿਆ ਵਰਤਾਰਾ, ਕਿ ਸੰਸਾਰ ਵਿੱਚ ਕੀ ਕੁਝ ਚੱਲ ਰਿਹਾ, ਕਿਉਂਕਿ ਆਪ ਤਾਂ ਛੱਡ ਕੇ ਚਲੇ ਗਏ, ਘਰ ਪਰਿਵਾਰ ਸੰਸਾਰ ਨੂੰ ਛੱਡ ਕੇ ਦੌੜ ਗਏ। ਗੁਰੂ ਨਾਨਕ ਸਾਹਿਬ ਜਦੋਂ ਇਹਨਾਂ ਨੂੰ ਮਿਲਦੇ ਆ ਕਹਿੰਦੇ ਜੀ ਸੰਸਾਰ 'ਚ ਕੀ ਚੱਲ ਰਿਹਾ। ਮਹਾਰਾਜ ਕਹਿੰਦੇ ਤੁਸੀਂ ਪਹਾੜਾਂ 'ਚ ਆ ਬੈਠੇ, ਕੌਣ ਜਗਤ ਕੋ ਪਾਰ ਉਤਾਰਾ। ਜਗਤ ਨੂੰ ਸੰਸਾਰ ਨੂੰ ਕੌਣ ਉਤਾਰੇਗਾ, ਉਹਨਾਂ ਨੂੰ ਸਹੀ ਰਸਤਾ ਕੌਣ ਦਿਖਾਏਗਾ। ਤੁਸੀਂ ਲੋਕਾਂ ਨੇ ਦੱਸਣਾ ਸੀ, ਤੁਸੀਂ ਇਮਾਨਦਾਰ ਨਹੀਂ ਰਹੇ। ਗਲਤ ਰਸਤੇ ਬਣਾ ਕੇ ਤੇ ਗਲਤ ਨੂੰ ਸਹੀ ਪ੍ਰਚਾਰ ਕਰਕੇ ਸਹੀ ਦੱਸਣ ਦਾ ਤੁਸੀਂ ਯਤਨ ਕਰ ਰਹੇ ਹੋ। ਤਾਂ ਮਹਾਰਾਜ ਕਹਿ ਰਿਹਾ ਜਿਹਦੇ ਘਰ ਜਾਣਾ ਉਹ ਕਹਿੰਦਾ ਅਸਲ ਰਾਹ ਜਿਹੜਾ ਉਹ ਮੇਰਾ, ਅਸਲ ਮਾਰਗ ਮੇਰਾ। ਬਹੁਤੇ ਮਾਰਗ ਜਿਹੜੇ ਜਦੋਂ ਸੰਸਾਰ ਦੇ ਸਾਹਮਣੇ ਆ ਗਏ, ਬਹੁਤੇ ਮਤ ਹੋ ਗਏ। ਗੁਰੂ ਨੂੰ ਇਹ ਗੱਲ ਸ਼ਿਕਵੇ ਚ ਕਹਿਣੀ ਪਈ, ਮਤ ਕੋ ਨਾ ਦੇਖੇ ਤਾਂ ਪ੍ਰਾਨ ਪਤੀ ਕੇ।
कोई ਇਹੋ ਜਿਹਾ ਮਤ, ਇਹੋ ਜਿਹਾ ਮਾਰਗ ਨਹੀਂ ਮੈਨੂੰ ਲੱਭਿਆ ਜਿਹੜਾ ਕੇਵਲ ਪਰਮਾਤਮਾ ਦੀ ਗੱਲ ਕਰਦਾ ਹੋਵੇ। ਪਹਿਲੇ ਸਵਈਏ ਵਿੱਚ ਇਸ ਰੰਗ ਦਾ ਮਹਾਰਾਜ ਨੇ ਜ਼ਿਕਰ ਕੀਤਾ, ਜਿਹੜਾ ਭਾਈ ਪਰਮਾਤਮਾ ਤੱਕ ਲੈ ਕੇ ਜਾ ਰਿਹਾ ਹੋਵੇ, ਸਿੱਧਾ ਸੌਖਾ ਸਪਸ਼ਟ ਰਾਹ ਹੋਵੇ। ਤੇ ਅਗਲੇ ਵਿੱਚ ਮਹਾਰਾਜ ਨੇ ਰਾਜ ਸ਼ਕਤੀ ਦੇ ਪ੍ਰਤੀਕ ਲੋਕਾਂ ਦਾ ਜ਼ਿਕਰ ਕੀਤਾ, ਉਸ ਰੰਗ ਦਾ ਜ਼ਿਕਰ ਕੀਤਾ ਜਿਹਨੂੰ ਮਾਤੇ ਮਤੰਗ ਜਰੇ ਜਰ ਸੰਗ। ਕੱਲ ਚਲੋ ਆਪਾਂ ਇਹਦੀ ਡਿਟੇਲ ਵਿੱਚ ਵਿਚਾਰ ਕੀਤੇ। ਮੈਂ ਸਿਰਫ ਇੱਕ ਲੜੀ ਨਾਲ ਲੜੀ ਜੋੜਨ ਵਾਸਤੇ ਬੇਨਤੀ ਕਰ ਰਿਹਾ ਤਾਂ ਕਿ ਇੱਕ ਲਿੰਕ ਜੁੜ ਜਾਏ। ਅਸੀਂ ਪੜਾਅ ਦਰ ਪੜਾਅ ਜਿਵੇਂ ਜਿਵੇਂ ਵਿਚਾਰ ਅੱਗੇ ਤੁਰੀ ਤੇ ਸਾਡੀ ਪੁਰਾਣੀ ਰਿਪੀਟ ਹੁੰਦੀ ਰਵੇ ਪਿਛਲੀ, ਤਾਂ ਕਿ ਇੱਕ ਲਿੰਕ ਬਣਿਆ ਰਵੇ। ਜਦੋਂ ਪਹਿਲੀ ਪੰਕਤੀ ਤੋਂ ਅਖੀਰਲੀ ਪੰਕਤੀ ਤੱਕ ਅਸੀਂ ਜਾਣਾ, ਸਾਨੂੰ ਸਾਰਾ ਇਹ ਕਨਸੈਪਟ ਯਾਦ ਹੋਵੇ। ਸਾਰਾ ਜੋ ਗੁਰੂ ਸਾਹਿਬ ਨੇ ਇਹ ਸਵਈਏ ਉਚਾਰੇ ਨੇ, ਇੱਕ ਤਰਤੀਬ ਦੇ ਵਿੱਚ ਉਚਾਰੇ ਨੇ, ਅਕਾਲ ਉਸਤਤ ਬਾਣੀ ਵਿੱਚੋਂ ਲਏ ਨੇ, ਤੇ ਸਾਨੂੰ ਪਤਾ ਲੱਗ ਜਾਏ ਇਹਦਾ ਭਾਵ ਅਰਥ ਕੀ ਸੀ, ਸਤਿਗੁਰੂ ਸਮਝਾਉਣਾ ਕੀ ਚਾਹ ਰਿਹਾ। ਪਹਿਲੇ ਸਵਈਏ 'ਚ ਧਾਰਮਿਕ ਲੋਕਾਂ ਦੇ ਰੰਗ ਦਾ ਜ਼ਿਕਰ ਹੈ। ਦੂਸਰੇ ਸਵਈਏ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਜਿਹੜੇ ਕਹਿੰਦੇ ਆ ਰਾਜ ਸ਼ਕਤੀ ਦਾ ਪ੍ਰਤੀਕ ਬਣ ਗਏ, ਕਿਉਂਕਿ ਲੋਕ ਰਾਜਿਆਂ ਅੱਗੇ ਵੀ ਝੁਕਦੇ ਆ। ਜੇ ਧਾਰਮਿਕ ਲੋਕਾਂ ਅੱਗੇ ਝੁਕਦੇ ਆ, ਰਾਜਿਆਂ ਅੱਗੇ ਵੀ ਝੁਕਦੇ ਆ। ਤਾਂ ਸਤਿਗੁਰੂ ਕਹਿੰਦੇ ਆ ਪਰ ਉਹ ਚੱਲੇ ਇਸ ਕਰਕੇ ਕਿ ਸ਼ਕਤੀ ਬੜੀ ਜ਼ਰੂਰੀ ਹੈ, ਤਾਕਤ ਬੜੀ ਜ਼ਰੂਰੀ ਹੈ। ਸ਼ਕਤੀ ਭਗਤੀ ਵਿੱਚੋਂ ਆ ਜਾਂਦੀ ਤਾਂ ਚੰਗੀ ਗੱਲ ਸੀ, ਭਗਤੀ ਸ਼ਕਤੀ ਬਣ ਜਾਂਦੀ, ਪਰ ਉਹ ਕੱਲੀ ਸ਼ਕਤੀ ਹਾਸਲ ਕਰਨ ਤੁਰੇ ਹੋਇਆ। ਉਹਨਾਂ ਨੇ ਇਹ ਜਿਹੜਾ ਰਾਜਨੀਤੀ ਦਾ ਦੂਸਰਾ ਮਤ ਹੈ, ਰਾਜਿਆਂ ਦੀ ਗੱਲ ਕੀਤੀ। ਰਾਜਿਆਂ ਅੱਗੇ ਲੋਕ ਝੁਕਦੇ ਨੇ। ਉਹਨਾਂ ਨੇ ਆਪਣਾ ਰਾਜ ਭਾਗ, ਰਾਜ ਸ਼ਕਤੀ ਦਾ ਅਡੰਬਰ ਬਣਾਉਣਾ ਸ਼ੁਰੂ ਕਰ ਲਿਆ। ਤੇ ਉਹਨਾਂ ਨੇ ਜਿਹੜਾ ਹੈ ਮਹਾਰਾਜ ਸਾਹਿਬ ਕਹਿੰਦੇ ਹਰ ਚੀਜ਼ ਨੂੰ ਵਧਾਉਣਾ ਸ਼ੁਰੂ ਕੀਤਾ। ਜਿਹੜੀ ਗੱਲ ਚੱਲ ਰਹੀ ਹੈ ਰਾਜਨੀਤੀ, ਉਸ ਜਿਹਨੂੰ ਅਸੀਂ ਸਾਡੇ ਧਰਮ ਵਿੱਚ ਜਿੱਥੇ ਭਗਤੀ ਔਰ ਸ਼ਕਤੀ ਦੀ ਗੱਲ ਹੈ, ਜਿੱਥੇ ਸੰਤ ਤੇ ਸਿਪਾਹੀ ਦੀ ਗੱਲ ਹੈ, ਜਿਹਨੂੰ ਅਸੀਂ ਪੀਰੀ ਮੀਰੀ ਕਹਿੰਦੇ ਆ, ਮੀਰੀ ਦਾ ਸਿਧਾਂਤ, ਇਹ ਇੱਕ ਮੀਰੀ ਦਾ ਰੰਗ ਵੀ ਆਇਆ। ਇਸ ਰੰਗ ਵਿੱਚ ਜਿਹੜਾ ਜਿਹਨੇ ਆਪਣਾ ਅਡੰਬਰ ਵਧਾਉਣਾ ਹੋਵੇ, ਉਹਦੇ ਲਈ ਜ਼ਰੂਰੀ ਹੈ ਕਿ ਉਹ ਦੂਜੇ ਦਾ ਰਾਜ ਭਾਗ ਖੋਹ ਲਵੇ। ਤੇ ਰਾਜਿਆਂ ਦੇ ਅਕਸਰ ਉਹਨਾਂ ਦੇ ਜੀਵਨ ਤੁਸੀਂ ਪੜ੍ਹ ਕੇ ਵੇਖੋਗੇ ਇਦਾਂ ਦਾ ਚੱਲਦਾ ਹੈ। ਜਿਹਨੇ ਆਪਣਾ ਰਾਜ ਭਾਗ ਵਧਾਉਣਾ ਚਾਹਿਆ, ਉਹਨੇ ਕਿਸੇ ਨਾ ਕਿਸੇ ਰਾਜੇ ਤੇ ਹਮਲਾ ਕੀਤਾ, ਉਹਦਾ ਰਾਜ ਭਾਗ ਆਪਣੇ ਰਾਜ ਚ ਰਲਾ ਲਿਆ। ਆਪਣੇ ਰਾਜ ਦਾ ਉਹਨੂੰ ਫੈਲਾਓ ਕਰਨਾ ਪੈਂਦਾ। ਜਿਹਨੇ ਰਾਜ ਸ਼ਕਤੀ ਦਾ ਪ੍ਰਤੀਕ ਬਣਨਾ ਹੋਵੇ, ਜਦੋਂ ਰਾਜ ਭਾਗ ਦੀ ਬਣਤਰ ਨੇ ਜਨਮ ਲਿਆ, ਜਦੋਂ ਇਹ ਰਾਜ ਸੱਤਾ ਹੋਂਦ ਵਿੱਚ ਆਈ, ਉਦੋਂ ਦੀਆਂ ਇਹ ਸੀਮਾਂ, ਹੱਦਾਂ ਤੇ ਸਰਹੱਦਾਂ ਬਣੀਆਂ ਨੇ, ਉਸ ਤੋਂ ਪਹਿਲਾਂ ਨਹੀਂ ਸੀ। ਰੱਬ ਨੇ ਧਰਤੀ ਬਣਾਈ ਹੈ ਸਾਰੀ, ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਪਰਮਾਤਮਾ ਨੇ ਸਾਰੇ ਸਮੁੰਦਰ ਬਣਾਇਆ, ਲੇਕਿਨ ਉਹਨੇ ਸੀਮਾ ਕੋਈ ਨਹੀਂ ਸੀ ਤੈਅ ਕੀਤੀ। ਰੱਬ ਨੇ ਕੋਈ ਹੱਦ ਤੇ ਸਰਹੱਦ ਨਹੀਂ ਸੀ ਬਣਾਈ। ਤੁਸੀਂ ਸਦੀਆਂ ਪਿੱਛੇ ਚਲੇ ਜਾਓ, ਯੁੱਗਾਂ ਪਿੱਛੇ ਚਲੇ ਜਾਓ, ਇਤਿਹਾਸ ਪੜ੍ਹ ਕੇ ਵੇਖੋ, ਕਿਤੇ ਵੀ ਕੋਈ ਤੁਹਾਨੂੰ ਇਦਾਂ ਦਾ ਮੀਲ ਪੱਥਰ ਨਹੀਂ ਆਏਗਾ ਜਿਹੜਾ ਰੱਬ ਨੇ ਆਪ ਲਾਇਆ ਹੋਵੇ, ਕਿਤੇ ਕੋਈ ਸੀਮਾ ਤੈਅ ਕੀਤੀ ਹੋਵੇ। ਉਹਨੇ ਕੋਈ ਕੰਡਿਆਲੀ ਤਾਰ ਨਹੀਂ ਲਾਈ, ਉਹਨੇ ਕੋਈ ਇਦਾਂ ਦੀ ਫੌਜ ਨਹੀਂ ਤਿਆਰ ਕੀਤੀ ਜਿਹੜੀ ਹੱਦਾਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰੇ, ਕਿਉਂਕਿ ਹੈ ਹੀ ਸਾਰਾ ਉਹਦਾ। ਉਹਨੂੰ ਡਰ ਕਿਸੇ ਦਾ ਕੋਈ ਨਹੀਂ ਹੈ, ਉਹਦੇ ਤੋਂ ਵੱਡਾ ਕੋਈ ਨਹੀਂ, ਇਸ ਲਈ ਉਹਨੂੰ ਡਰ ਕੋਈ ਨਹੀਂ। ਜੇ ਡਰ ਕੋਈ ਨਹੀਂ ਤੇ ਉਹਨੂੰ ਫੌਜ ਦੀ ਵੀ ਲੋੜ ਨਹੀਂ ਹੈ। ਪਰ ਅੱਜ ਇਹ ਲਾਉਣੀਆਂ ਪੈ ਰਹੀਆਂ ਨੇ। ਉਹਨੇ ਕੋਈ ਵੀ, ਪ੍ਰਮਾਤਮਾ ਨੇ ਇਦਾਂ ਦਾ ਕੁਝ ਵੀ ਨਿਸ਼ਚਿਤ ਨਹੀਂ ਸੀ ਕੀਤਾ ਕਿ ਆ ਫਲਾਣੇ ਦਾ ਰਾਜ ਹੈ, ਇਹ ਫਲਾਣੇ ਦਾ ਰਾਜ ਹੈ, ਇਹਦੀ ਹੱਦ ਇੱਥੋਂ ਤੱਕ ਹੈ, ਇਹਦੀ ਸੀਮਾ ਇੱਥੋਂ ਤੱਕ ਆ, ਸਭ ਕੁਝ ਖੁੱਲ੍ਹਾ ਹੈ। ਮੈਂ ਸਿਰਫ ਆਰੰਭਕ ਬੇਨਤੀਆਂ ਕਰ ਰਿਹਾ ਜਿਹੜਾ ਅੱਜ, ਤਾਂ ਕਿ ਸਵਈਏ ਨੂੰ ਸਮਝਣਾ ਸੌਖਾ ਹੋ ਜਾਏ, ਕਿਉਂਕਿ ਮਹਾਰਾਜ ਨੇ ਉਹਨਾਂ ਦਾ ਹੀ ਅੱਜ ਜ਼ਿਕਰ ਕੀਤਾ ਜਿਹੜੇ ਹੱਦਾਂ ਸਰਹੱਦਾਂ ਪਿੱਛੇ ਲੜੇ, ਦੂਜੇ ਦਾ ਰਾਜ ਖੋਹਣ ਪਿੱਛੇ ਲੜੇ, ਦੂਜਿਆਂ ਤੇ ਹਮਲੇ ਕੀਤੇ, ਦੂਜਿਆਂ ਕੋਲੋਂ ਹਾਥੀ ਘੋੜੇ ਜਿੱਤ ਕੇ ਲਿਆਏ, ਰਾਣੀਆਂ ਪਟਰਾਣੀਆਂ ਜਿੱਤ ਕੇ ਲਿਆਏ, ਪੈਸਾ ਦੌਲਤ ਸ਼ੌਹਰਤ ਸਭ ਕੁਝ ਜਿੱਤ ਕੇ ਲਿਆਏ। ਪਰ ਅੱਜ ਮਹਾਰਾਜ ਕਹਿ ਰਿਹਾ ਹੋ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸੁਧਾਰੇ, ਅਖੀਰੋਂ ਮੌਤ ਦੇ ਦੇਸ਼ ਨੂੰ ਚਲੇ ਗਏ ਰੱਬੀ ਯਾਦ ਤੋਂ ਬਿਨਾਂ। ਪਰ ਉਹਨਾਂ ਨੇ ਉਸ ਤੋਂ ਪਹਿਲਾਂ ਕੀ ਕੁਛ ਕੀਤਾ, ਉਹਦਾ ਜ਼ਿਕਰ ਮਹਾਰਾਜ ਕਰ ਰਿਹਾ। ਕਹਿੰਦੇ ਜਿਹੜੀ ਵੀ ਇਹ ਪ੍ਰਮਾਤਮਾ ਨੇ ਸ੍ਰਿਸ਼ਟੀ ਧਰਤੀ ਸਾਜੀ, ਉਹਨੇ ਕੋਈ ਸੀਮਾ ਨਹੀਂ ਸੀ ਬਣਾਈ, ਕੋਈ ਹੱਦ ਨਹੀਂ ਸੀ ਬਣਾਈ। ਪਰ ਜਦੋਂ ਦਾ ਇਹ ਸੰਸਾਰ ਬਣਿਆ, ਰਾਜ ਬਣਤਰ ਇੱਥੇ ਹੋਂਦ ਵਿੱਚ ਆਈ, ਰਾਜਨੀਤੀ ਹੋਂਦ ਵਿੱਚ ਆਈ, ਉਦੋਂ ਦੀਆਂ ਇਹ ਹੱਦਾਂ ਸਰਹੱਦਾਂ ਸੀਮਾਵਾਂ ਇਹਨਾਂ ਦਾ ਬਣਨਾ ਸ਼ੁਰੂ ਹੋ ਗਿਆ।
ਅੱਜ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ, ਪੋਸਟਾਂ ਬਣੀਆਂ, ਚੌਂਕੀਆਂ ਨਿਸ਼ਚਿਤ ਹੋ ਗਈਆਂ। ਭਾਵੇਂ ਸਮੁੰਦਰੀ ਇਲਾਕਾ ਹੋਵੇ ਉੱਥੇ ਵੀ ਇਦਾਂ ਦੀਆਂ ਪੋਸਟਾਂ ਬਣਾ ਦਿੱਤੀਆਂ, ਕੰਡਿਆਲੀਆਂ ਤਾਰਾਂ ਤੇ ਇਦਾਂ ਦੇ ਪ੍ਰਬੰਧ ਕਰ ਦਿੱਤੇ, ਕੋਈ ਪਾਣੀ ਦੇ ਜ਼ਰੀਏ ਵੀ ਕਿਸੇ ਸਾਡੇ ਦੇਸ਼ ਵਿੱਚ ਆ ਕੇ ਹਮਲਾ ਨਾ ਕੋਈ ਕਰਦੇ। ਰੇਤਲੇ ਟਿੱਬਿਆਂ ਵਿੱਚ, ਪਹਾੜਾਂ ਦਾ ਇਲਾਕਾ ਹੋਵੇ, ਪਹਾੜਾਂ ਵਿੱਚ ਵੀ ਆਪਣੇ ਸਿਪਾਹੀ ਉਹਨਾਂ ਨੇ ਸਿਪਾਹ ਸਲਾਰ ਖੜੇ ਤਾਇਨਾਤ ਕਰ ਦਿੱਤੇ ਕਿ ਦੇਸ਼ ਦੀ ਹਿਫਾਜ਼ਤ ਕਰਨੀ ਆ। ਸਾਡੀ ਜਿਹੜੀ ਲਾਈਨ ਆ, ਬਾਰਡਰ ਲਾਈਨ, ਇਹ ਦੁਸ਼ਮਣ ਟੱਪ ਕੇ ਨਾ ਆ ਜਾਏ। ਰੱਬ ਨੇ ਐਸਾ ਕੁਝ ਨਹੀਂ ਕੀਤਾ। ਪਰਮਾਤਮਾ ਦਾ ਕਹਿੰਦਾ ਸਗਲੀ ਧਰਤੀ ਸਾਧ ਕੀ। ਇਹ ਸਾਰੀ ਧਰਤੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਹੈ, ਸਾਰੀ ਧਰਤੀ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਹੈ। ਇਹ ਜਿਹੜੀਆਂ ਭਾਈ ਹੱਦਾਂ, ਇਹ ਸੀਮਾ ਨੇ, ਇਹ ਇਨਸਾਨ ਨੇ ਬਣਾਈਆਂ, ਉਹਦੇ ਲਈ ਰੁਕਾਵਟਾਂ ਖੜੀਆਂ ਕੀਤੀਆਂ, ਚੌਂਕੀਆਂ ਬਣਾਈਆਂ ਕਿ ਦੂਜਾ ਆ ਕੇ ਮੇਰੇ ਰਾਜ ਤੇ, ਮੇਰੀ ਹੱਦ ਸਰਹੱਦ ਵਿੱਚ ਆ ਕੇ ਕਬਜ਼ਾ ਨਾ ਕਰ ਲੈ, ਮੇਰੇ ਤੇ ਹਮਲਾ ਨਾ ਕਰ ਲੈ। ਫਿਰ ਦੂਜੇ ਰਾਜਾਂ ਵਿੱਚ ਜਿਹੜਾ ਕੋਈ ਥੋੜਾ ਜਿਹਾ ਤਾਕਤਵਰ ਹੋਇਆ, ਉਹਨੇ ਫੌਜ ਇਕੱਠੀ ਕਰੀ, ਮਾਰੂ ਘਾਤਕ ਹਥਿਆਰ ਇਕੱਠੇ ਕੀਤੇ, ਆਧੁਨਿਕ ਹਥਿਆਰ ਇਕੱਠੇ ਕੀਤੇ। ਜਦੋਂ ਉਹਨੂੰ ਲੱਗਿਆ ਮੇਰੀ ਤਾਕਤ ਵੱਧ ਗਈ, ਹੁਣ ਉਹ ਕਹਿੰਦਾ ਚਲੋ ਨਾਲ ਦੇ ਰਾਜੇ ਦਾ ਰਾਜ ਖੋ ਕੇ ਲੈ ਕੇ, ਉਹ ਦੂਸਰੇ ਦਾ ਰਾਜ ਖੋਣ ਵਾਸਤੇ ਚੱਲਿਆ। ਤਾਂ ਸਤਿਗੁਰੂ ਕਹਿੰਦੇ ਆ, ਜਦੋਂ ਉਹ ਦੂਸਰੇ ਦਾ, ਇੱਥੋਂ ਫਿਰ ਇਹ ਰਾਜਿਆਂ ਦਾ ਜ਼ੁਲਮ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਜ਼ੁਲਮ ਵੀ ਕੋਈ ਨਹੀਂ ਹੈ। ਆਪਣੇ ਆਪਣੇ ਰਾਜ ਭਾਗ ਵਿੱਚ ਰਹਿਣ, ਕੋਈ ਜ਼ੁਲਮ ਨਹੀਂ। ਦੂਜੇ ਦਾ ਰਾਜ ਖੋਣ ਚੱਲਿਆ, ਹੁਣ ਬੰਦੂਕਾਂ ਕਾਹਦੇ ਵਾਸਤੇ ਚੱਕੀਆਂ ਕਿ ਜੇ ਤਾਂ ਰਾਜਾ ਸਾਹਮਣੇ ਵਾਲਾ ਝੁਕ ਗਿਆ ਫਿਰ ਤਾਂ ਕੋਈ ਜ਼ੁਲਮ ਨਹੀਂ, ਜੇ ਉਹ ਨਾ ਝੁਕਿਆ, ਲੜਨਾ ਚਾਹੁੰਦਾ, ਫਿਰ ਉੱਥੇ ਜ਼ੁਲਮ ਹੋਏਗਾ। ਫਿਰ ਜਿਹੜਾ ਵੀ ਸਾਹਮਣੇ ਆਇਆ, ਭਾਵੇਂ ਉਹਦਾ ਕਸੂਰ ਹੈ ਭਾਵੇਂ ਨਹੀਂ ਹੈ, ਉਹ ਸ਼ਸਤਰ ਲੈ ਕੇ ਆਇਆ ਜਾਂ ਵੈਸੇ ਆਇਆ, ਫਿਰ ਤਾਂ ਉਹਨਾਂ ਨੇ ਜ਼ੁਲਮ ਕਰਨਾ, ਉਹਨਾਂ ਨੇ ਮਾਰ ਦੇਣਾ। ਉਹਨੂੰ ਪਤਾ ਦੂਜੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਲ ਜਿਹੜਾ ਕਰਨਾ, ਉਹ ਕਿਵੇਂ ਕੀਤਾ ਜਾਣਾ। ਇੱਥੋਂ ਜ਼ੁਲਮ ਵੀ ਸ਼ੁਰੂ ਹੁੰਦਾ ਹੈ। ਲੜ ਕੇ ਜਿੱਤ ਕੇ ਆਪਣੇ ਰਾਜ ਵਿੱਚ ਦੂਜੇ ਦੇ ਰਾਜ ਨੂੰ ਸ਼ਾਮਲ ਕਰਦਾ ਹੈ। ਗੁਰੂ ਸਾਹਿਬ ਉਸ ਰਾਜ ਦੀ ਸ਼ਕਤੀ ਦਾ ਸੋਮਾ ਬਣੇ ਹੋਏ, ਜਿਹੜੇ ਪ੍ਰਤੀਕ ਬਣਨਾ ਚਾਹੁੰਦੇ ਆ ਸ਼ਕਤੀ ਦਾ, ਛੋਟੇ ਛੋਟੇ ਰਾਜਾਂ, ਰਿਆਸਤਾਂ ਨੂੰ ਆਪਣੇ ਵਿੱਚ ਰਲਾ ਕੇ ਭਾਵੇਂ ਜ਼ੁਲਮ ਕਰਦੇ ਆ, ਸ਼ਾਮ ਦਾਮ ਦੰਡ ਭੇਦ ਚਾਰੇ ਤਰੀਕਿਆਂ ਨਾਲ ਕਿਸੇ ਦੇ ਰਾਜ ਤੇ ਕਬਜ਼ਾ ਕਰਦੇ ਆ, ਜਿੱਤਦੇ ਆ, ਤੇ ਜਦੋਂ ਉਹ ਵਾਪਸ ਮੁੜਦੇ ਆ, ਉੱਥੋਂ ਆ ਗੱਲ ਸ਼ੁਰੂ ਹੋ ਰਹੀ ਆ ਤੀਜੇ ਸੋਈਏ ਦੀ। ਤੇ ਮਹਾਰਾਜ ਕਹਿੰਦੇ ਆ, ਜੀਤ ਫਿਰੈ, ਵੈਸੇ ਬਿੰਦੀ ਲਾ ਕੇ ਇੱਥੇ ਪਾਠ, ਜੀਤ ਫਿਰੈ ਸਭ ਦੇਸ਼ ਦਿਸਾਨ ਕੇ, ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਰਦਾਂਗ ਨਗਾਰੇ। ਉਹਨੇ ਨਾਲ ਦੇ ਛੋਟੇ ਛੋਟੇ ਦੇਸ਼ ਜਿੱਤੇ। ਦੇਸ਼ ਦਿਸ਼ਾਨ, ਜੇ ਇਹਨੂੰ ਅਸੀਂ ਪਦਛੇਦ ਕਰਾਂਗੇ, ਦੇਸ਼ ਪਲੱਸ ਆਨ, ਆਨ ਮਤਲਬ ਹੋਰ, ਦੇਸ਼ ਆਨ ਹੋਰ, ਆਪਣੇ ਦੇਸ਼ ਤੋਂ ਇਲਾਵਾ ਜਿਹੜੇ ਹੋਰ ਦੇਸ਼ ਨੇ, ਜਦੋਂ ਉਹਨਾਂ ਨੂੰ ਵੀ ਜਿੱਤਿਆ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਉਹਨੇ ਭਾਵੇਂ ਜ਼ੁਲਮ ਕਰਕੇ ਆਪਣੀਆਂ ਫੌਜਾਂ ਦੇ ਰਾਹੀਂ ਜਿੱਤਿਆ, ਤੇ ਜਦੋਂ ਜਿੱਤ ਕੇ ਵਾਪਸ ਮੁੜਿਆ, ਫਿਰ ਬਾਜਤ ਢੋਲ ਮਿਰਦੰਗ ਨਗਾਰੇ। ਹੁਣ ਉਹਦੇ ਜਿੱਤ ਦੀ ਖੁਸ਼ੀ ਵਿੱਚ ਉੱਥੇ ਢੋਲ ਮਿਰਦੰਗ ਨਗਾਰੇ, ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਤਿੰਨੇ ਹੀ ਤਾਲ ਵਿੱਚ ਵੱਜਦੀਆਂ। ਢੋਲ ਦੋਨੇ ਪਾਸਿਆਂ ਤੋਂ ਮੜਿਆ ਹੁੰਦਾ ਹੈ, ਮਰਦੰਗ ਵੀ ਢੋਲ ਤਰ੍ਹਾਂ ਦੋਨੇ ਪਾਸਿਆਂ ਤੋਂ ਮੜੀ ਆ, ਪਰ ਤਬਲੇ ਤਰ੍ਹਾਂ ਉਹਦਾ ਇੱਕ ਹਿੱਸਾ ਛੋਟਾ ਹੁੰਦਾ, ਇੱਕ ਵੱਡਾ, ਉਹਨੂੰ ਮਰਦੰਗ ਕਹਿੰਦੇ ਆ। ਤੇ ਤੀਸਰਾ ਨਗਾਰਾ ਇੱਕ ਪਾਸਿਓਂ ਮੜਿਆ, ਜਿੱਥੇ ਢੋਲ ਦੀ, ਜਿੱਥੇ ਮਰਦੰਗ ਦੀ ਆਵਾਜ਼ ਨਹੀਂ ਪਹੁੰਚਦੀ, ਨਗਾਰੇ ਦੀ ਉੱਥੇ ਤੱਕ ਆਵਾਜ਼ ਪਹੁੰਚਦੀ ਹੈ। ਔਰੰਗਜ਼ੇਬ ਨੂੰ ਸਭ ਤੋਂ ਵੱਡੀ ਤਕਲੀਫ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਹ ਵੀ ਸੀ ਕਿ ਇੱਥੇ ਰਣਜੀਤ ਨਗਾਰਾ ਵੱਜਦਾ। ਜਦੋਂ ਵੱਜਦਾ ਸੀ, ਪਹਾੜੀ ਰਾਜਿਆਂ ਦੇ ਦਿਲ ਕੰਬਦੇ ਸੀ। ਜਦੋਂ ਉਸ ਨਗਾਰੇ ਤੇ ਚੋਟ ਵੱਜਦੀ ਸੀ, ਉਹਨਾਂ ਨੂੰ ਆਪਣੇ ਪੈਰਾਂ ਥੱਲੋਂ ਜ਼ਮੀਨ ਖਿਸਕਦੀ ਨਜ਼ਰ ਆਉਂਦੀ ਸੀ। ਜਦ ਕਿ ਉਹ ਨਗਾਰਾ ਤਾਂ ਹੁਣ ਸਵੇਰੇ ਇੱਥੇ ਵੀ ਅੰਮ੍ਰਿਤ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਉਦੋਂ ਵੱਜਦਾ, ਅਰਦਾਸ ਵਿੱਚ ਵੱਜਦਾ ਤੇ ਜਕਾਰੇ ਨਾਲ ਵੱਜਦਾ। ਜਦੋਂ ਉਸ ਵੇਲੇ ਕੋਈ ਜੰਗੀ ਹੁਨਰ ਦਾ ਅਭਿਆਸ ਆ, ਉਦੋਂ ਵੀ ਉਹ ਨਗਾਰਾ ਵੱਜਦਾ। ਅਲੱਗ-ਅਲੱਗ ਉਹਦੀ ਚੋਟ, ਅਤੇ ਸਮਝਣ ਵਾਲੇ ਸਮਝ ਲੈਂਦੇ ਆ ਵੀ ਇਹ ਜੰਗੀ ਨਗਾਰਾ ਵੱਜਿਆ ਜਾਂ ਇਹ ਨਿਤਨੇਮ ਦਾ ਨਗਾਰਾ ਵੱਜਿਆ, ਸਮਝਦੇ ਆ। ਉਹਦਾ ਇੱਕ ਅਲੱਗ, ਜਦੋਂ ਉਹਨਾਂ ਸਮਿਆਂ 'ਚ ਜੰਗਾਂ ਸ਼ੁਰੂ ਹੁੰਦੀਆਂ, ਉਦੋਂ ਵੀ ਇੱਕ ਧੌਂਸਾ ਵੱਜਦਾ, ਨਗਾਰਾ ਵੱਜਦਾ। ਜੰਗੀ ਬਿਗਲ ਜਿਹਨੂੰ ਕਿਹਾ, ਉਹ ਵਜਾਇਆ ਜਾਂਦਾ, ਨਾਲ ਨਰਸਿੰਘੇ ਵੱਜਦੇ ਆ, ਨਗਾਰਿਆਂ ਤੇ ਚੋਟਾਂ ਵੱਜਦੀਆਂ। ਦੁਸ਼ਮਣ ਚਾਰੇ ਪਾਸੇ ਅਲਰਟ ਹੋ ਜਾਂਦਾ ਵੀ ਜੰਗੀ ਬਿਗਲ ਵੱਜ ਗਿਆ, ਹੁਣ ਜੰਗ ਸ਼ੁਰੂ ਹੋਏਗੀ। ਬੜੇ ਸੰਕੇਤ ਨੇ ਇਹਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿਹੜੇ ਰਾਜਿਆਂ ਨੇ ਆਪਣੀਆਂ ਸੀਮਾ ਤੈਅ ਕੀਤੀਆਂ, ਉਹ ਹੁਣ ਆਪਣੇ ਦੇਸ਼ ਚੋਂ ਦੂਜੇ ਦੇਸ਼ਾਂ ਵਿੱਚ ਗਏ, ਹੋਰ ਦੇਸ਼ਾਂ ਨੂੰ ਜਿੱਤਿਆ, ਜਿੱਤ ਕੇ ਵਾਪਸ ਆਏ। ਵਾਪਸ ਆਉਂਦਿਆਂ ਨੂੰ ਢੋਲ ਵੀ ਵੱਜੇ, ਮਰਦਾਂਗ ਵੀ ਵੱਜੀ ਤੇ ਨਗਾਰੇ ਵੀ ਵੱਜੇ, ਜਿਹਨੂੰ ਸਤਿਗੁਰੂ ਕਹਿੰਦੇ ਆ, ਜਿਹੜੇ ਪਾਸ ਦਮਾਮੇ ਛਤਰ ਸਿਰ ਭੇਰੀ ਛੱਡੋ ਰਾਡ। ਮੈਂ ਕੱਲ ਬੇਨਤੀ ਕਰੀ,
ਉਹ ਰਾਜੇ ਜਿਨ੍ਹਾਂ ਦੇ ਕੋਲ ਭੇਰੀ ਸੱਡੋ ਰੱਡ, ਪਾਸ ਦਮਾਮੇ, ਦਮਾਮੇ ਵੱਜਦਿਆ, ਨਗਾਰੇ ਵੱਜਦਿਆ, ਨਰਸਿੰਘੇ ਵੱਜਦਿਆ, ਉਹ ਰਾਜੇ ਅੰਦਰ ਬਾਹਰ ਮਹਿਲਾਂ ਚੋਂ ਨਿਕਲਦਿਆ ਤਾਂ ਵੀ ਨਰਸਿੰਘੇ ਵੱਜਦਿਆ, ਹਾਥੀ ਸਲਾਮੀਆਂ ਦਿੰਦੇ ਆ। ਭੇਰੀ ਸੱਡੋ ਰੱਡ, ਉਹਨਾਂ ਦੀ ਉਸਤਤ ਵਿੱਚ ਜਿਹੜੇ ਭੱਟ ਲੋਕ ਨੇ, ਉਸਤਤ ਵਿੱਚ ਉਹਨਾਂ ਦੀਆਂ ਕਵਿਤਾਵਾਂ ਗਾਉਂਦੇ ਆ, ਉਹਨਾਂ ਦੇ ਕੁਰਸੀਨਾਮੇ ਗਾਉਂਦੇ ਆ। ਇਸਲਾਮ ਵਿੱਚ ਜਿਹੜਾ ਕੁਰਸੀਨਾਮਾ ਗਾਵੇ ਉਹਨੂੰ ਮੀਰਾਸੀ ਕਿਹਾ ਜਾਂਦਾ, ਮੀਰਾਸ ਕੁਰਸੀਨਾਮਾ ਯਾਦ ਰੱਖਣ ਵਾਲਾ। ਤੇ ਹੋਰ ਧਰਮਾਂ ਦੇ ਵਿੱਚ ਭੱਟ ਜਿਹੜੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਭੱਟ ਦੂਜੇ ਦੀ ਉਸਤਤ ਗਾਉਣ ਵਾਲੇ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਬੈਠੇ ਆ, ਇਹਨਾਂ ਨੇ ਗੁਰੂ ਸਾਹਿਬ ਦੀ ਉਸਤਤ ਗਾਈ ਹੈ। ਕਿਵੇਂ ਗਾਈ? ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾ ਸਵਈਆ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਗੁਰੂ ਸਾਹਿਬ ਨੇ ਉਸਤਤ ਕਰਨੀ ਦੱਸੀ ਵੀ ਕਿਵੇਂ ਕਰੀਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪ੍ਰਮਾਤਮਾ ਦੀ ਉਸਤਤ ਕੀਤੀ, ਫਿਰ ਮਗਰ ਮਗਰ ਭੱਟ ਭਿੱਖਾ ਜੀ ਉਹਨਾਂ ਨੇ ਸਾਰਿਆਂ ਨੇ ਉਸਤਤ ਕੀਤੀ। ਭੱਟ ਉਹਨੂੰ ਕਹਿੰਦੇ ਆ ਜਿਹੜਾ ਦੂਜੇ ਦੀ ਉਸਤਤ ਕਰਨ ਵਾਲਾ ਹੋਵੇ। ਜਿਨ੍ਹਾਂ ਰਾਜਿਆਂ ਦੇ ਇਹ ਨਗਾਰੇ ਵੱਜਦੇ, ਤੂਤੀਆਂ ਵੱਜਦੀਆਂ, ਨਰਸਿੰਘੇ ਵੱਜਦੇ ਆ, ਢੋਲ ਵੱਜਦੇ ਆ, ਮਰਦੰਗ ਵੱਜਦੇ ਆ, ਉੱਥੇ ਉਹਨਾਂ ਦੀ ਉਸਤਤ ਹੋਵੇ ਭੇਰੀ ਸੱਡੋ ਰੱਡ। ਮਹਾਰਾਜ ਨੇ ਆਖਰੀ ਤੁਕ ਵਿੱਚ ਕਿਹਾ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੇ ਸਤਿਗੁਰੂ ਇੱਥੇ ਕਹਿ ਰਿਹਾ ਪਾਸ ਦਮਾਮੇ ਛਤਰ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀ ਰਾਣਵੇਂ ਧੀਏ ਅਤੀਮਾ ਗੱਡ। ਜਿਨ੍ਹਾਂ ਨੂੰ ਅੱਜ ਸਲਾਮੀਆਂ ਦਿੱਤੀਆਂ ਜਾ ਰਹੀਆਂ, ਜਿਨ੍ਹਾਂ ਨੂੰ ਨਮਸਕਾਰਾਂ ਹੋ ਰਹੀਆਂ, ਸਜਦੇ ਕੀਤੇ ਜਾ ਰਹੇ, ਨਰਸਿੰਘੇ ਧੌਂਸੇ ਵੱਜ ਰਿਹਾ, ਨਗਾਰੇ ਵੱਜ ਰਿਹਾ, ਤੂਤੀਆਂ ਵੱਜ ਰਹੀਆਂ, ਉਸਤਤ ਅੱਜ ਉਹਦੀ ਲਾਸ਼, ਉਹਦੇ ਸਰੀਰ ਨੂੰ ਯਤੀਮ ਦੀ ਤਰ੍ਹਾਂ ਕਬਰਸਤਾਨ ਵਿੱਚ ਗੱਡ ਕੇ ਆ ਗਏ। ਕੋਈ ਨਗਾਰਾ ਨਹੀਂ, ਅੱਜ ਕੋਈ ਉਸਤਤ ਵਿੱਚ ਕੁਛ ਨਹੀਂ ਗਾ ਰਿਹਾ, ਕੋਈ ਨਰਸਿੰਘਾ ਨਹੀਂ, ਕੋਈ ਹਾਥੀ ਸਲਾਮੀ ਨਹੀਂ ਦੇ ਰਿਹਾ, ਕੋਈ ਸਿਪਾਹ ਸਲਾਰ ਉੱਥੇ ਸਿਜਦਾ ਨਹੀਂ ਕਰ ਰਿਹਾ। ਚਲੇ ਗਿਆ ਜਿਹੜਾ ਅੰਤ ਕੋ ਅੰਤ ਕੇ ਧਾਮ, ਮੌਤ ਦੇ ਦੇਸ਼ ਨੂੰ ਚਲਾ ਗਿਆ। ਫਿਰ ਮਹਾਰਾਜ ਕਹਿੰਦੇ ਆ ਜੀਤ ਫਿਰੈ ਸਭ ਦੇਸ਼ ਨਿਸ਼ਾਨ ਕੋ, ਬਾਜਤ ਢੋਲ ਮਰਦੰਗ ਨਗਾਰੇ। ਜਿਹੜੇ ਹੋਰ ਦੇਸ਼ਾਂ 'ਚ ਵੀ ਰਾਜ ਕਰਨ ਦੀ ਇੱਛਾ ਰੱਖਦੇ ਆ, ਭਾਵੇਂ ਜ਼ੁਲਮ ਹੀ ਕਰਨਾ ਪਵੇ, ਜ਼ੁਲਮ ਕਰਦੇ ਆ। ਅੱਜ ਵੀ ਅਸੀਂ ਵੇਖਦੇ ਹਾਂ ਦੇਸ਼ਾਂ ਦੀਆਂ ਲੜਾਈਆਂ ਲੱਗਦੀਆਂ, ਕਿਵੇਂ ਉੱਥੇ ਨਿਰਦੋਸ਼ ਲੋਕ ਕਿਵੇਂ ਮਰਦੇ ਆ। ਹੁਣ ਇੱਕ ਬੰਬ ਨੂੰ ਸਿੱਟਿਆ ਜਾਣਾ, ਉਹਨੇ ਥੋੜਾ ਵੇਖਣਾ ਵੀ ਇੱਥੇ ਕੋਈ ਹੈ ਜਾਂ ਨਹੀਂ, ਜਾਂ ਫੌਜੀ ਹੈ ਜਾਂ ਕੌਣ ਹੈ, ਬਸ ਜਿਹੜਾ ਉਹਦੇ ਘੇਰੇ 'ਚ ਆ ਗਿਆ ਤਬਾਹ ਹੋ ਜਾਏ। ਮਿਜ਼ਾਈਲਾਂ ਚਲਾਈਆਂ ਜਾਂਦੀਆਂ, ਤੋਪਾਂ ਚਲਾਈਆਂ, ਟੈਂਕ ਚਲਾਏ ਜਾਂਦੇ ਆ। ਅੱਜ ਵੀ ਇਹ ਵਰਤਾਰੇ ਅਸੀਂ ਵੇਖਦੇ ਹਾਂ ਦੇਸ਼ਾਂ 'ਚ। ਪੁਰਾਣੇ ਸਮਿਆਂ 'ਚ ਵੀ ਇਦਾਂ ਹੀ ਸੀ। ਉਦੋਂ ਅੱਜ ਵਰਗੇ ਹਥਿਆਰ ਘੱਟ ਸੀ, ਉਦੋਂ ਤੀਰਾਂ ਨਾਲ, ਨੇਜਾਂ ਨਾਲ, ਤਲਵਾਰਾਂ ਨਾਲ, ਬਰਸ਼ਿਆਂ ਨਾਲ, ਛਵੀਆਂ ਨਾਲ, ਟਕੂਆਂ ਨਾਲ, ਇਦਾਂ ਦੀਆਂ ਲੜਾਈਆਂ ਨੇ। ਉਦੋਂ ਘੋੜ ਸਵਾਰ ਫੌਜ ਹੈ, ਪੈਦਲ ਸਵਾਰ ਜਿਹੜੀ ਫੌਜ ਆ, ਇਦਾਂ ਦੀਆਂ ਫੌਜਾਂ ਦੇ ਨਾਲ ਕੋਈ ਹਾਥੀ ਤੇ ਰਾਜਾ ਆਉਂਦਾ ਚੜ ਕੇ, ਇਸ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਜਾਂਦੀਆਂ। ਤੇ ਮਹਾਰਾਜ ਕਹਿੰਦੇ ਆ ਰਾਜ ਕਰਨ ਵਾਲੇ ਦੀ ਅੰਦਰ ਦੀ ਤ੍ਰਿਸ਼ਨਾ ਨਹੀਂ ਖਤਮ ਹੋਈ। ਉਹਨੇ ਗੱਲ ਕਿੱਥੋਂ ਸ਼ੁਰੂ ਹੋ ਰਹੀ ਹੈ? ਉਹਨੇ ਬਾਹਰ ਤਾਂ ਸੀਮਾ ਤੈਅ ਕਰ ਲਈ, ਅੰਦਰ ਸੀਮਾ ਨਹੀਂ ਤੈਅ ਹੋਈ। ਅੰਦਰ ਤਾਂ ਹੋਰ 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 ਕਰਦਾ ਹੀ ਉਹ ਤੁਰਿਆ ਜਾ ਰਿਹਾ ਕਿ ਇੱਧਰ ਵੀ ਮੇਰਾ ਰਾਜ ਹੋਵੇ, ਉੱਧਰ ਵੀ ਮੇਰਾ ਰਾਜ ਹੋਵੇ। ਆਪਣੀਆਂ ਹੱਦਾਂ ਨੂੰ ਪੱਕੀਆਂ ਕਰਦਾ, ਫਿਰ ਹੋਰ ਹੱਦ ਵਧਾਉਂਦਾ, ਉਹਨੂੰ ਪੱਕੀ ਕਰਦਾ, ਫਿਰ ਹੋਰ ਵਧਾਉਂਦਾ। ਅੰਦਰ ਸੀਮਾ ਨਹੀਂ ਕੋਈ ਵੀ ਹੈ। ਬਾਹਰ ਤਾਂ ਹੱਦਬੰਦੀ ਹੋ ਗਈ, ਸੀਮਾ ਲੱਗ ਗਈ, ਕੰਡਿਆਲੀ ਤਾਰ ਲੱਗ ਗਈ, ਪਰ ਅੰਦਰ ਹਲੇ ਇੱਛਾ ਹੋਰ ਵੀ ਹੈ, ਹੋਰ ਰਾਜ ਭਾਗ ਵਧੇ ਮੇਰਾ, ਹੋਰ ਮੇਰਾ ਰਾਜ ਭਾਗ ਵਧੇ। ਇਹ ਨਹੀਂ ਕਿ ਰਾਜ ਨਹੀਂ ਹੈ, ਰਾਜ ਤਾਂ ਹੈ, ਸਿੰਘਾਸਨ ਵੀ ਹੈ, ਫੌਜਾਂ ਵੀ ਨੇ, ਰਾਣੀਆਂ ਵੀ ਨੇ, ਗੋਲੀਆਂ ਬਾਂਦੀਆਂ, ਨੌਕਰ, ਸਭ ਕੁਝ ਹੈ, ਪਰ ਅੰਦਰ ਸੀਮਾ ਕੋਈ ਨਹੀਂ। ਹੋਰ ਵਧਾਉਣਾ ਚਾਹੁੰਦਾ, ਸਮਰਾਟ ਬਣਨਾ ਚਾਹੁੰਦਾ, ਚੱਕਰਵਰਤੀ ਬਾਦਸ਼ਾਹ ਬਣਨਾ ਚਾਹੁੰਦਾ। ਚਾਰ ਸਪੇਰੇ ਮੇਰਾ ਬੋਲ ਵਾਲਾ ਹੋਵੇ, ਆਪਣੀ ਸ਼ਕਤੀ ਦਾ ਪ੍ਰਤੀਕ ਹੈ ਨਾ। ਤਾਂ ਮਹਾਰਾਜ ਕਹਿੰਦੇ ਜਿਹੜੀ ਅੰਦਰ ਦੀ ਤ੍ਰਿਸ਼ਨਾ ਜਦੋਂ ਉਹ ਮੁੱਕੀ ਨਹੀਂ, ਬਾਹਰ ਸੀਮਾ ਕਾਇਮ ਹੋ ਗਈ, ਅੰਦਰ ਕੋਈ ਸੀਮਾ ਕਾਇਮ ਨਹੀਂ ਹੋਈ। ਅੰਦਰ ਹਰ ਚੀਜ਼ ਅਸੀਮ ਹੈ। ਤ੍ਰਿਸ਼ਨਾ ਇਸੇ ਨੂੰ ਕਹਿੰਦੇ ਆ ਜਦੋਂ ਸੀਮਾ ਹੀ ਖਤਮ ਹੋ ਜਾਏ। ਉਹ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਇਕੱਲੀ ਇਹ ਨਹੀਂ ਵੀ ਰਾਜ ਭਾਗ ਦੀ। ਚਲੋ ਇਹ ਤਾਂ ਸੋਈਏ ਵਿੱਚ ਜੇਕਰ ਉਹ ਰਾਜਨੀਤਿਕ ਲੋਕਾਂ ਦਾ, ਪਰ ਤ੍ਰਿਸ਼ਨਾ ਤਾਂ ਕਿਸੇ ਅੰਦਰ ਮਾਇਆ ਦੀ ਤ੍ਰਿਸ਼ਨਾ ਪੈਦਾ ਹੋ ਜਾਏ, ਉਹ ਅਸੀਮ ਹੋ ਜਾਂਦੀ ਆ। ਜਦੋਂ ਬੰਦਾ ਕਵੇ ਬਸ ਮੇਰੇ ਹੀ ਮੇਰੇ ਕੋਲ ਹੋਵੇ, ਹੋਰ ਕਿਸੇ ਕੋਲ ਨਾ, ਅਸੀਮ। ਜਾਇਦਾਦ ਦੀ ਵੀ ਅੰਦਰ ਤ੍ਰਿਸ਼ਨਾ ਅਸੀਮ ਹੋ ਸਕਦੀ ਹੈ। ਬੜੀਆਂ ਹੋਰ ਬੜੀਆਂ ਬਿਆੰਤ, ਜਿਹੜੀ ਵੀ ਚੀਜ਼ ਮਾਇਆ ਚਾਹੁੰਦੀ ਹੈ, ਜਦੋਂ ਉਹ ਅਸੀਮ ਹੋਵੇ, ਉਹ ਤ੍ਰਿਸ਼ਨਾ ਬਣਦੀ ਹੈ। ਫਿਰ ਉਹਦੇ ਵਿੱਚ ਬੰਦਾ ਪਾਪ ਕਰਕੇ ਇਕੱਠਾ ਕਰਦਾ, ਪਾਪਾਂ ਵਾਂਝੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਜਦੋਂ ਅਸੀਮ ਹੁੰਦਾ ਹੈ, ਅੰਦਰ ਤ੍ਰਿਸ਼ਨਾ ਜ਼ਿਆਦਾ ਪ੍ਰਭਾਵ ਪਾਉਂਦੀ ਹੈ, ਉਦੋਂ ਮਹਾਰਾਜ ਸਾਹਿਬ ਕਹਿੰਦੇ ਆ ਫਿਰ ਉਹ ਇਕੱਠਾ ਕਰਨ ਲੱਗਦਾ ਹੈ ਕਿ ਹੋਰ ਹੋਣਾ ਚਾਹੀਦਾ, ਅੱਗੇ ਜਾਣਾ ਚਾਹੀਦਾ। ਉਹਦੇ ਲਈ ਫਿਰ ਯਤਨ ਕਰਦਾ। ਜੀਤ ਫਿਰੈ ਸਭ ਦੇਸ਼ ਨਿਸ਼ਾਨ ਕੋ, ਵੱਜ ਢੋਲ ਮਰਦੰਗ ਨਗਾਰੇ। ਜਿਹੜੀਆਂ ਫੌਜਾਂ ਤਿਆਰ ਕੀਤੀਆਂ, ਸ਼ਸਤਰਧਾਰੀ ਸਿਪਾਹੀ ਸਲਾਰ ਉਹਨਾਂ ਨੇ ਤਿਆਰ ਕੀਤੀਆਂ, ਤੁਰ ਪਿਆ ਦੂਜੇ ਰਾਜਾਂ ਤੇ ਕਬਜ਼ਾ ਕਰਨ ਲਈ। ਜਦੋਂ ਮਨੁੱਖ ਦੂਜੇ ਰਾਜ ਤੇ ਕਬਜ਼ਾ ਕਰਨ ਜਾਂਦਾ ਹੈ, ਉੱਥੇ ਜ਼ੁਲਮ ਵੀ ਸ਼ੁਰੂ ਹੁੰਦਾ ਹੈ।
उतों कतलोगारत शुरू होंदी है ते वो किसनों मारेगा, शस्त्र उन्हें चक्के ही मारने वास्ते आ, कल्ले डराउण वास्ते नहीं होंगे। जे सामने वाला अड़ गया तो फिर मारेगा। उतों जुल्म भी पैदा होया, आखिर तक किसी मनुख ते ही वो शस्त्र चलने आ, किसी जानवर ते तां चलने नहीं। एमनाबाद बाबर आया, कतलोगारत मची। कदे इत्थे अहमद शाह अब्दाली वर्गे आए, कदे नादिर शाह आया, जदों भी आए वड्डा घल्लूघारा होया, किन्ना खून खराबा होया, किन्नियां शहादतां होईयां, किन्ना खून डुलिया। छोटा को घल्लूघारा होया, किन्नी शहादत हुई सिखां दी उत्थे, क्योंकि वो चाहते हैं भी साडे नाल रलो, साडी सीमा चाहो, साडी हदबंदी चाहो, चार चुफेरे साडा घेरा होवे। इदां दी भावना जुल्म नूं भी जन्म दिंदी है। इस तृष्णा विच, जिहड़ी तृष्णा अपने आप नूं वड्डा करन लई है, हाँ किसी का नुकसान कीते तो बिना, मेन गुरु गोबिंद सिंह महाराज की राजनीति वेखो तुसीं, चमकौर की गढ़ी विचों भी निकले इस तरीके नाल कि आपदा भी नुकसान ना हो, दुश्मन का भी ना हो। माछीवाड़ के जंगल विचों बड़े तरीके नाल देखो उचदे पीर बन के जा रहा, अपना भी कोई नुकसान ना हो, सामने वाले का भी कोई नुकसान ना हो। यह हुंदी आ उसारू राजनीति, यह उसारू कूटनीति है भी बिना, जिन्हों असीं पंजाबी च कहना सप भी मर जाए तो सोटा भी बच जाए, बिना नुकसान कीतिया अपने मिशन नूं उहदी कामयाबी हासिल कर रहे। उचदे पीर बन के गए, कोई खून खराबा नहीं, ना सामने वालियां नूं कोई भज दौड़ करनी पई ते ना गुरु साहब नूं कोई आन चाहिए। इधर भेटावां संगतां दे रहीआं, मत्थे टेके जा रहे ते वो भी बड़े अरमान नाल बैठे आ। किसी नूं लगदा गुरु गोबिंद सिंह नूं असीं शहीद कर दिता, किसी नूं लगदा भी वो चले गया, कोई समझ नहीं आ रही। तो बड़े राजियां दी सोच है भी राज भाग वधाउण लई जो मर्जी करना पवे करो, जिन्ना मर्जी जुल्म करना पवे। फिर वो फौजां जिहड़ियां जे हथियार सुट देण फिर तो बिना खून खराबे तो हो जाता है, ते नहीं तो फिर वो हथियारां दी ताकत दे नाल होर देशां नूं अपने विच रलाउंदा है। उहदे हाथी घोड़े सब कुछ जिहड़ा है वो अपने कब्जे विच कर लैंदा है, ते फिर ढोल नगारे जिहड़े आ वो वजदे आ, ते महाराज साहब कहंदे आ राजा चुप करके नहीं लंघदा। ये जो ढोल बजाउंदा, मृदंग बजाउंदा, नगारे बजाउंदा, यह भी इस गल का प्रतीक है लोकां नूं पता लगे बादशाह आ रहा। चुपचाप लंघ गया तो किसी को भी पता लगना बादशाह जा रहा, ताकि हर एक मैनू सलाम करे, मेरी ताकत नूं सिर झुकावे, मेरी शक्ति नूं शीश झुकावे। आ उहदे मन की भावना है। इसे करके ना शोर शराबा। अज भी किसी जो राजे ने, चलो उदों राजा कहंदे सी, अज मुख मंत्री क्या जाता, उदों वड्डा बादशाह हुंदा सी, अज प्रधानमंत्री है। जो अज भी राजे निकलते आ, रोड ब्लॉक हो जाते आ, दुनिया नूं दस्सिया जांदा, अज उदों जिहड़े ने ढोल नगारे वजदे आ, अज गड्डियां ते हुटर वजदे आ, दुनिया नूं पता लगे कोई जा रहा ताकतवर बंदा। लोग खड़ के वेखण, लोकां दा ध्यान अपने वाल खिंचा ताकि मेरी शक्ति नूं मन्नण। ये भावना अज भी है। तो सतगुरु कहंदे ने वो सामने वाले राजियां नूं वंगार के लंघदा कि भाई मैं जा रहा, जे हिम्मत आ तां रोक, नहीं फिर मैं तेनों भी अपने च लड़ा लेना। तो मारे कहंदे गुंजत गूढ़ गजान के सुंदर, हिंसत ही है राज हजारे। जो जित के वापस आउंदा ना गुंजत, इत्थे जिहड़े आ गूढ़ दा मतलब उहदा झुंड, हाथ गजान दा मतलब हाथी, हाथियां दे झुंड, हाथियां दे टोले, बहुत उच्ची उच्ची दहाड़ दे आ, गूंजदे आ, बड़ी तगड़ी दहाड़ है हाथी दी। ते जो हाथी मस्तिया होवे, मस्ते हुए हाथी दा मस्त दा उदों ही उहनूं जो शराब पिलाई जाती है। ते जेड़ा हाथी आनंदपुर साहब किले का दरवाजा तोड़न वास्ते भेजो मस्तिया होया सी, उन्हें शराब पिलाई गई, मत्थे ते तवियां बनिया, एडा खूंखार बन गया। तो फिर सामने मुकाबला धन गुरु गोबिंद सिंह महाराज के शेर ने किया, भाई बचित्र सिंह ने। उस मस्ते हाथी नूं भजाया वापस, उन्हां दीयां फौजां नूं वो लताड़ के चला गया। ते अज जो राजा वापस आया, उतों बड़ी चंगी नस्ल के हाथी जित के लिया दूजे राजे दे। जिवें हाथियां दीयां भी नस्लां, जिवें आपां महाराज कहना प्रसादी हाथी एक नस्ल है। ये मलेशिया वर्गे देशों के राजियां कोल अज भी इदां दी नस्ल के टावे टावे हाथी मिलते हैं। होर भी बड़िया नस्लां, अज वो राजा दूजे तो जित के आया, चंगी नस्ल के हाथी लियाते ते हाथी गुंजारा पा रहे हैं। गुंजत गूढ़ गुजान के सुंदर, सुंदर ने हाथी एवं नहीं, सोहनिया नस्लों के सुंदर हाथी खुशी दे विच गुंजारा पा रहा। हिंसत ही है राज हजारे, हिंसत का मतलब हिणकना है, राज
ਦਰਿਆਈ ਘੋੜੇ, ਚੰਗੀ ਨਸਲ ਦੇ ਘੋੜੇ, ਤੁਰਕੀ ਘੋੜੇ, ਅਰਬਨ ਘੋੜੇ, ਇਹ ਇੰਨੇ ਸੋਹਣੇ ਘੋੜੇ ਵੀ ਉਹਨੇ ਜਿੱਤੇ, ਚੰਗੀਆਂ ਨਸਲਾਂ ਦੇ ਘੋੜੇ ਜਿੱਤੇ, ਤੇ ਉਹ ਘੋੜੇ ਵੀ ਖੁਸ਼ੀ ਵਿੱਚ ਹਿਣਕਦੇ ਆ। ਘੋੜੇ ਦੀ ਇੱਕ ਖਾਸੀਅਤ ਹੈ, ਜਿਵੇਂ ਜਿਵੇਂ ਇਹਨੂੰ ਘਾਲਣਾ ਜ਼ਿਆਦਾ ਘਾਲਣੀ ਪੈਂਦੀ ਆ, ਉਵੇਂ ਉਵੇਂ ਜ਼ਿਆਦਾ ਹਿਣਕਦਾ। ਹਿਣਕਦਾ ਉਦੋਂ ਹੈ ਜਦੋਂ ਉਹਨੂੰ ਖੁਸ਼ੀ ਬਹੁਤੀ ਹੁੰਦੀ ਹੈ। ਜੰਗਾਂ ਯੁੱਧਾਂ ਦੇ ਵਿੱਚ ਵੀ ਇਹ ਡਰਦਾ ਨਹੀਂ, ਘਬਰਾਉਂਦਾ ਨਹੀਂ, ਇਹ ਹਿਣਕਦਾ, ਖੁਸ਼ੀ ਦਾ ਪ੍ਰਤੀਕ, ਪੌੜ ਮਾਰਦਾ ਜ਼ਮੀਨ ਦੇ ਉੱਤੇ। ਤੇ ਬਾਬਾ ਅਜੀਤ ਸਿੰਘ ਸਾਹਿਬ ਦਾ ਜਿਹੜਾ ਘੋੜਾ, ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਦਾ ਜਿਹੜਾ ਘੋੜਾ ਸੀ ਨਾ, ਅੱਲਾ ਯਾਰ ਖਾਨ ਜੋਗੀ ਕਹਿੰਦਾ, ਜਿੱਥੇ ਸਿੰਘਾਂ ਨੂੰ ਨਾਲ ਦੇ ਜਥੇ ਵਾਲਿਆਂ ਨੂੰ ਇੰਨਾ ਚਾਅ ਸੀ ਕਿ ਅਸੀਂ ਬਾਬਾ ਅਜੀਤ ਸਿੰਘ ਨਾਲ ਜਾ ਰਹੇ ਹਾਂ, ਘੋੜੇ ਨੂੰ ਵੀ ਇੰਨਾ ਚਾਅ ਸੀ ਕਿ ਮੈਂ ਬਾਬਾ ਅਜੀਤ ਸਿੰਘ ਨਾਲ ਜਾ ਰਿਹਾ। ਉਹ ਕਹਿੰਦਾ, ਕभी इसको कुचल आया, कभी उसको कुचल आया, ठोकर मारी जहां पे वहां पानी निकल आया। ਅੱਜ ਉਹ ਘੋੜਾ ਵੀ ਐਡੇ ਸਰੂਰ ਵਿੱਚ, ਐਡੇ ਹਿਣਕਦਾ ਹੋਇਆ, ਐਡੀ ਖੁਸ਼ੀ ਵਿੱਚ ਜਾ ਰਿਹਾ। ਕਹਿੰਦਾ ਅੱਜ ਇੰਨੇ ਸਰੂਰ, ਇੰਨੇ ਨਸ਼ੇ ਨਹੀਂ, ਦਲੇਰੀ ਵਿੱਚ ਆ ਘੋੜਾ। ਉਹ ਕਹਿੰਦਾ ਆਪਣੇ ਆਪ ਕੋ ਸੰਭਾਲ ਕਰ, ਸਾਹਮਣੇ ਸ਼ੇਰ ਆਇਆ। ਉਹ ਕਹਿੰਦਾ ਜੇ ਅੱਜ ਉਹਦੇ ਸਾਹਮਣੇ ਸ਼ੇਰ ਆ ਜਾਂਦਾ, ਉਹਨੇ ਸ਼ੇਰ ਨੂੰ ਵੀ ਕਹਿਣਾ ਸੀ ਸੰਭਲ, ਮੈਂ ਆ ਗਿਆ। ਆਪਣੇ ਆਪ ਨੂੰ ਸੰਭਾਲ, ਇੰਨਾ ਚਾਅ ਔਰ ਇੰਨਾ ਸਿਆਣਾ ਜਾਨਵਰ ਹੁੰਦਾ ਘੋੜਾ। ਮਹਾਰਾਜ ਕਹਿੰਦੇ ਜਦੋਂ ਰਾਜਾ ਜਿੱਤ ਕੇ ਮੁੜਿਆ, ਫਿਰ ਇਹ ਚੰਗੀ ਨਸਲ ਦੇ ਘੋੜੇ ਹਿਣਕ ਰਹੇ ਆ, ਖੁਸ਼ੀ ਪ੍ਰਗਟ ਕਰ ਰਹੇ ਆ। ਉੱਥੇ ਇੱਕ ਹਾਥੀ ਗੁਜ਼ਾਰਾਂ ਪਾ ਰਹੇ ਆ। ਇੰਨਾ ਕੁਝ ਹੋਵੇ ਉਹਨਾਂ ਰਾਜਿਆਂ ਕੋਲ, ਰਾਜਨੀਤਿਕ ਲੋਕਾਂ ਕੋਲ, ਜਿਨ੍ਹਾਂ ਨੇ ਰਾਜ ਭਾਗ ਆਪਣਾ ਹੋਰ ਵਧਾ ਲਿਆ, ਹੋਰਾਂ ਦੀਆਂ ਸੀਮਾਂ ਵੀ ਆਪਣੇ ਚ ਰਾਲ ਲਈਆਂ, ਤੇ ਉੱਥੋਂ ਦਾ ਸਭ ਕੁਝ ਲੁੱਟ ਕੇ ਆਪਣੇ ਘਰ ਵਿੱਚ ਲੈ ਆਏ। ਤੇ ਉਹਨਾਂ ਦੇ ਮਸਤ ਹਾਥੀ ਅੱਜ ਉਹਨਾਂ ਦੇ ਮਹਿਲ ਵਿੱਚ ਚੰਗੀ ਰੌਣਕ ਲਾ ਰਹੇ। ਚਾਰ ਸਵੇਰੇ ਢੋਲ ਮਰਦੰਗ ਨਗਾਰੇ ਵੱਜ ਰਿਹਾ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਆ। ਉੱਥੇ ਜਿੱਤ ਦੇ ਗੀਤ, ਜਿਹੜਾ ਜੈਜਾਵੰਤੀ ਰਾਗ ਹੈ ਨਾ, ਜਿਹੜਾ ਗੁਰੂ ਗ੍ਰੰਥ ਸਾਹਿਬ 31ਵਾਂ ਰਾਗ, ਇਹ ਜਿੱਤ ਦਾ ਰਾਗ ਹੈ। ਜਦੋਂ ਕੋਈ ਰਾਜਾ ਜਿੱਤ ਕੇ ਆਪਣੇ ਘਰ ਵਾਪਸ ਆਉਂਦਾ, ਇਹ ਜੈਜਾਵੰਤੀ ਰਾਗ ਉਦੋਂ ਗਾਇਆ ਜਾਂਦਾ। ਤਾਂ ਹੀ ਮਹਾਰਾਜ ਨੇ 31 ਨੰਬਰ ਤੇ ਰੱਖਿਆ, ਸਾਰਾ ਜੀਵਨ ਸਾਡਾ ਆ ਰਾਗ, ਜਿਵੇਂ ਸ੍ਰੀ ਰਾਗ ਤੋਂ ਸ਼ੁਰੂ, ਪ੍ਰਭਾਤੀ ਰਾਗ ਦੇ ਸੰਪੂਰਨਤਾ। ਸ੍ਰੀ ਰਾਗ ਕਾਲੀ ਬੋਲੀ ਰਾਤ ਹੈ, ਰਾਤ ਨੂੰ ਗਾਇਆ ਜਾਂਦਾ। ਮਹਾਰਾਜ ਕਹਿੰਦੇ ਤੇਰਾ ਜੀਵਨ ਭਾਈ ਇੱਕ ਕਾਲੀ ਬੋਲੀ ਰਾਤ ਹੈ। ਹਾਂ, ਗੁਰੂ ਦੇ ਸ਼ਬਦ ਦਾ ਪੱਲਾ ਫੜ ਕੇ ਤੁਰੀ। 30ਵਾਂ ਰਾਗ ਪ੍ਰਭਾਤੀ ਆਇਆ, ਪ੍ਰਭਾਤ ਅੰਮ੍ਰਿਤ ਵੇਲੇ ਗਾਇਆ ਜਾਂਦਾ। ਦਿਨ ਚੜ੍ਹਦਾ, ਪ੍ਰਭਾਤ ਹੁੰਦੀ ਹੈ, ਸੂਰਜ ਚੜ੍ਹਦਾ ਹੈ। ਕਾਲੀ ਬੋਲੀ ਰਾਤ ਵਿੱਚ ਜੇ ਸ਼ਬਦ ਦਾ ਆਸਰਾ ਲੈ ਕੇ ਚੱਲੇਗਾ, ਤੇਰੇ ਜੀਵਨ 'ਚ ਪ੍ਰਭਾਤ ਜ਼ਰੂਰ ਆਏ, ਤੇਰੇ ਜੀਵਨ 'ਚ ਚਾਨਣ ਆਏਗਾ, ਤੇਰੇ ਜੀਵਨ 'ਚ ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਅੰਦਰ ਪ੍ਰਗਟ ਹੋਏਗੀ, ਤੇ ਤੇਰੇ ਅੰਦਰ ਉਹ ਸ਼ਬਦ ਜਿਹੜਾ ਉਜਾਰੋ ਦੀਪਾ, ਮਹਾਰਾਜ ਕਹਿੰਦੇ ਉਹ ਦੀਪਕ ਜਗੇਗਾ ਸ਼ਬਦ ਦਾ, ਜੇ ਤੂੰ ਸ਼ਬਦ ਦੀ ਓਟ ਲੈ ਕੇ ਚੱਲੇਗਾ। ਹਾਂ, ਕਾਲੀ ਬੋਲੀ ਰਾਤ ਵਿੱਚੋਂ ਵਿਕਾਰਾਂ ਦੀਆਂ ਲਹਿਰਾਂ, ਔਗਣਾਂ ਦੀਆਂ ਲਹਿਰਾਂ, ਬੜਾ ਇਹਨਾਂ ਨਾਲ ਨਜਿੱਠਦਾ ਹੋਇਆ ਜਦੋਂ ਤੂੰ ਜਾਏਗਾ। ਜੇ ਗੁਰ ਸ਼ਬਦ ਨਾਲ ਹੋਇਆ ਤੂੰ ਜਿੱਤ ਜਾਏਗਾ। ਜਦੋਂ ਜਿੱਤੇਗਾ ਫਿਰ ਜੈਜਾਵੰਤੀ ਰਾਗ ਵੀ ਗਾ ਲੈ। 31ਵਾਂ ਰਾਗ ਜੈਜਾਵੰਤੀ ਹੈ। ਫਿਰ ਉੱਥੇ ਜੈਜਾਵੰਤੀ ਰਾਗ ਗਾਈ, ਜਦੋਂ ਜਿੱਤ ਗਿਆ ਤੇ ਮਹਾਰਾਜ ਕਹਿੰਦੇ ਆ ਭਾਈ, ਇਹ ਜਿਹੜੇ ਨੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਤੇ ਜਿਹੜਾ ਰਾਜ ਭਾਗ ਤੇ ਬੈਠਾ, ਉਹਨੂੰ ਤ੍ਰਿਪਤੀ ਨਹੀਂ ਆਈ, ਦੂਜੇ ਤੇ ਹਮਲਾ ਕੀਤਾ। ਜਿਹੜਾ ਇਸ ਤਰ੍ਹਾਂ ਦਾ ਰਾਜਾ ਹੋਵੇ, ਇਹਦੇ ਤੋਂ ਜਿਹੜਾ ਹੈ ਵੱਡਾ ਕੋਈ ਹੋਰ ਨਹੀਂ ਹੋਇਆ। ਤੇ ਇੱਥੇ ਸਿਕੰਦਰ ਦੀ ਗੱਲ, ਤੇ ਮਹਾਰਾਜ ਨੇ ਅੱਗੇ ਫਿਰ ਕਿਹਾ, ਭੂਤ ਭਵਿੱਖ ਭਵਾਨ ਕੇ ਭੂਪਤ, ਕਾਨ ਗਨੈ ਨਹੀਂ ਜਾਤ ਵਿਚਾਰੇ। ਆ ਜਿਹੜੇ ਰਾਜਿਆਂ ਦੀ ਗੱਲ ਕਰ ਰਹੇ ਆ ਨਾ, ਭੂਤ ਲੰਘੇ ਹੋਏ ਸਮੇਂ ਵਿੱਚ ਵੀ ਇਹੋ ਜਿਹੇ ਰਾਜੇ ਬਹੁਤ ਹੋਇਆ, ਭਵਿੱਖ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਰਾਜੇ ਬਹੁਤ ਹੋਣਗੇ। ਭਵਾਨ ਆ ਜਿਹੜਾ ਵਰਤਮਾਨ ਆ, ਹੁਣ ਵੀ ਇਹੋ ਜਿਹੇ ਬਹੁਤ ਨੇ। ਕੌਣ ਗਨੈ ਨਹੀਂ ਜਾਤ ਵਿਚਾਰੇ, ਕਿੰਨੇ ਕੁ ਹੋਇਆ ਕੋਈ ਗਿਣਤੀ ਨਹੀਂ ਕਰ ਸਕਦਾ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਕਿੰਨੇ ਕੁ ਇੱਥੋਂ ਆ ਕੇ ਚਲੇ ਗਏ। ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿੰਨ ਗਏ, ਦੱਸ ਤਾਂ ਸਹੀ। ਇੱਕ ਅਸਮਾਨ ਧਰਤੀ ਨੂੰ ਪੁੱਛ ਰਿਹਾ, ਤੇਰੇ ਤੇ ਬੜੇ ਵੱਡੇ ਵੱਡੇ ਰਾਜੇ ਭੇਜੇ, ਕਿੱਥੇ ਨੇ ਉਹ ਬੜੇ ਰਾਜੇ ਮਹਾਰਾਜੇ, ਕਿੱਥੇ ਗਏ? ਉਹ ਕਹਿੰਦੀ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਅੱਜ ਉਹਨਾਂ ਦੇ ਸਰੀਰ ਕਬਰਸਤਾਨ, ਕਬਰਾਂ ਦੇ ਵਿੱਚ ਪਿਆ, ਤੇ ਆਤਮਾ ਉਹਨਾਂ ਦੀ ਉਲਾਮੇ ਸਹਿ ਰਹੀ ਹੈ। ਬੜੇ ਆਏ ਬੜੇ ਚਲੇ ਗਏ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਸਤਿਗੁਰੂ ਮਹਾਰਾਜ ਕਹਿੰਦੇ ਬਹੁ ਰੰਗ ਮਾਇਆ ਬਹੁ ਵਿਦ ਪੇਖੀ, ਕਲਮ ਕਾਗਦ ਸਿਆਣਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾ ਹੀ ਮੰਤਰ ਵਿਤਾਨ। ਇੱਥੇ ਬੜੇ ਰਾਜੇ ਆਏ, ਬੜੇ ਚਲੇ ਗਏ, ਪਰ ਸਤਿਗੁਰੂ ਕਹਿੰਦੇ ਨੇ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਇੰਨੇ ਵੱਡੇ ਰਾਜ ਭਾਗਾਂ ਦੇ ਮਾਲਕਾਂ ਨੂੰ ਜਦੋਂ ਵੇਖਿਆ, ਖਾਲੀ ਹੱਥ ਗਏ, ਨੰਗੇ ਪੈਰੀਂ ਗਏ। ਸਿਕੰਦਰ ਦੀ ਉਦਾਹਰਣ, ਜਦੋਂ ਰਾਜਿਆਂ ਮਹਾਰਾਜਾਂ ਦੀ ਗੱਲ ਚੱਲੇ, ਸਿਕੰਦਰ ਦੀ ਗੱਲ ਜ਼ਰੂਰ ਆਏਗੀ। ਕਿਉਂ?
क्योंकि उन्हें गल बड़ी नवेकली की सी कि मैं जाना, मेरा जनाजा हर गली, हर शहर, हर मुहल्ले विच दी कढ़िया जावे, मेरी जनाजे दे अगले पासे वैद्यां नूं लाया जावे, हकीमां नूं। क्यों? अगले डरदे इन्हां कोल भजदे मैनूं बचा, ते दुनिया नूं मैं दसना चाहुंदा जदों मौत आ जाए ये भी नहीं बचा सकते। वैद्यां कोले किसी बीमारी का हल होएगा, मौत का हल नहीं। कोई जिवें जिवें दिन दे वैद हकीम निशान बुढ़ियां को रोग ने जोर चढ़ाए दिता, जिवें जिवें इलाज करदे रोग भी उवें वधदा जांदा है। अखीर वो कह दिंदे बस हुण रब अगे अरदास करो भाई साडे हथ खड़े आ। ते वैद तां कहंदे जदों साडे ते आ गए असीं किहड़ा बचना है। जदों मौत ने साडा दरवाजा खड़काया, ये थोड़ी भी असीं वैद आ सानूं छड्ड देगी, असीं भी इहदे नाल तुरना है। ते उहने नाल कहा सी मेरे नंगे पैर होण ते हथ खाली होण। मैं दुनिया नूं एक सुनेहा दे के जाना चाहुंदा, दुनिया नूं जितण दे सुपने लैण वाला, जेड़िया राजियां दी जीत फिरै सब देश निशान को बाज ढोल मृदंग नगारे, गुंजत गूढ़ गजान के सुंदर हिंसत ही है राज हजारे, भूत भविख भवान के भूपत पहला सिकंदर वर्गे हुए, अज भी ने सिकंदर वर्गे अगे भी होणगे। जिवें उहदी मां ने कहा सी ना, मेरे पुत सिकंदर दी कबर उत्थे पटे जिथे अज तक कोई दफनाया ना गया हो। ਉਹਦੀ मां ने क्या ਉਹ ਕਹਿੰਦੇ ਇੱਥੇ ਹੁਣ ਚਲੋ मां ਦਾ हुक्म है जाना सी सब ने। ਉਹ ਜਿਹੜੇ ਕਬਰਸਤਾਨ ਜਾਂਦੇ ਆ ਕਬਰ ਪੁੱਟਣ ਲੱਗਦੇ ਆ, ਉੱਥੇ ਫਿਰ ਉਹ ਕਹਿੰਦੇ ਆ ਰੋਵੇ ਮਾਂ ਸਿਕੰਦਰ ਸ਼ਾਹ ਦੀ, ਇਕੱਠਾ ਕਰ ਲਿਆ ਵਿਹੜੇ ਨੂੰ, ਚਲੋ ਨਹੀਂ ਸਹੀ ਉਹ ਵੇਖਣ ਚੱਲੀ ਅੱਜ ਪੁੱਤ ਸਿਕੰਦਰ ਮੇਰੇ ਨੂੰ। ਕਬਰਾਂ ਦੇ ਵਿੱਚੋਂ ਆਵਾਜ਼ਾਂ ਆਈਆਂ ਮਾਂ ਤੂੰ ਰੋਵੇਂ ਸਿਕੰਦਰ ਕਿਹੜੇ ਨੂੰ, ਇੱਥੇ ਤੇਰੇ ਸਿਕੰਦਰ ਵਰਗੇ ਪਤਾ ਨਹੀਂ ਕਿੰਨੇ ਤੁਰ ਗਏ, ਕਿਹੜੇ ਸਿਕੰਦਰ ਦੀ ਗੱਲ ਕਰਦੀ तू कहनी कबर उत्थे जिथे कोई पटिया दफनाया ना होवे, संस्कार ना हो, जिथों पट दिया उथों ही किसी ना किसी मुर्दे का कंगाल निकलदा है। कहते मां कोई जगह है। फिर आकाशबाणी हुई कि मां तेरे वर्गे सिकंदर वर्गे पता नहीं किन्ने आके चले गए, किन्नियां ने आउणा, जिस आसन हम बैठे किते बैस गया, तू छड्ड इन्हां गल्लां नूं, बस ये रब दी रजा सी, वो आया ते वो चलिया गया। इदां दे हंकार भी लोगों ने पाले, इदां दे मन विच वहम भी पाले भी जगह ही इहो जी, शमशान घाट इहो जिहा लभो जिथे कोई शमशान घाट भी कदे कोई इहो जिहा होया जिथे किसी संस्कार ही ना होया होवे, कोई कब्रिस्तान भी इवें दा होया जिथे किसी नूं दफनाया ही ना होवे। ये परमात्मा बड़ा भयांत है। खैर महाराज साहब कहंदे आ भाई इहो जे राजियां दी गिणती नहीं हो सकदी, जिन्हां ने बड़े राजियां नूं मार मुका के किसी नूं ईन मनवाई, किसी नूं डराया, किसी नूं मरवाया, किसी नूं धमकाया, अपने राजां च मलाए पहलां भी सी अज भी ने गां भी होणगे। पर मैं एक गल गुरु गोबिंद सिंह महाराज कहंदे बड़ी गौर नाल वेखी, एक मैं निर्णय ते पहुंचिया, श्री पत श्री भगवान भजे बिन अंत को अंत के धाम सुधारे। ये माया दे पति मेन तां जिहड़ा मालक है वो परमात्मा है ना, श्री पत श्री माया नूं कहंदे आ पत, माया दा पति। ये माया दा अडंबर पसारा सब उस परमात्मा ने पसारिया। सतगुरु कहंदे मैं दसना चाहुंदा अपनी माया आप सारी आपे देखण हारा, उन्हें माया सारी आप सारी एका माई जुगत व्याई, ये माया दा परसूत उस वाहिगुरु ने आप कीता है। माया दे तीन गुण ने रजगुण तमगुण सतगुण, तिन्नां दे विच संसार अज उलझिया पिया है। नाना रूप धरे बहु रंगी सब ते रह न्यारा, बड़े रंगां दे विच उन्हें रंग बना के दे विच आप बैठा ते सब तो न्यारा बैठा। वो अपने आप नूं माया दे प्रभाव च नहीं आउण दिंदा। माया उन्हें बनाई आप माया दे प्रभाव तो वखरा है, तो अपना एक करिश्मा है, एक उस मालक आप मालक है श्रीपत जेड़ा सारी सृष्टि का मालक है, कुदरत का मालक है, वनस्पति का मालक है, सारे ब्रह्मांड का मालक है। कोट ब्रह्मांड को ठाकुर स्वामी सर्व जियां का दाता रे। भावें ब्रह्मांड एक है, भावें करोड़ों ब्रह्मांडों का जिक्र, सारियां दा मालक वो आप है। ते महाराज साहब कहंदे ओनू सिमरे तो बिना, ओनू याद कीते तो बिना इत्थे वड्डे वड्डे राजे होए, अंत नूं ओ मौत दे घर चले गए ते जाना उन्हां नूं पैना सी। अफसोस इस गल दा होया जान लगे अपने सिर ते पाप और जुल्म दीयां पंडां रख के लेके गया। किसी भी राजे नूं मैं नाम दी पंड चक के जांदियां नहीं वेखिया, किसी दे जीवन विच मैं रब्बी याद दी पंड चक्की होवे किसी ने इवें नहीं देखिया। मैं धार्मिक लोग भी बड़े वेखे, उन्हां कोले भी महाराज कहंदे को ना देखे तो प्राण पति के, उन्हां विचों भी कोई प्राणा दे पति दे मत वाला कोई नहीं नजर नहीं आया। ते राजे महाराजियां विचों भी मैनूं इहो जिहा कोई नजर नहीं आया। बड़े राजे होए ने, उन्हां दे जिहड़े महाराज साहब कहंदे आ उन्हां ने बड़े वड्डे वड्डे किले उसारे, बड़े सिपाह सलार खड़ाए, बड़े फौज उपर भी थल्ले भी। बीकानेर तुसीं कदे राजियां दे महल जाके वेखो, एक एक गिठ उच्चे मंजे आ धरती तो, सिर्फ एक गिठ
ਪੁੱਛੋ ਵੀ ਇੰਨਾ ਨੀਵਾ ਮੰਜਾ ਕਿਉਂ? ਕਹਿੰਦੇ ਡਰ ਸੀ ਵੀ ਦੁਸ਼ਮਣ ਮੰਜੇ ਥੱਲੇ ਨਾ ਵੜ ਕੇ ਬੈਠਾ ਹੋਵੇ, ਮਾਰ ਹੀ ਨਾ ਲਵੇ ਰਾਜੇ ਨੂੰ। ਪਰ ਫਿਰ ਵੀ ਉਹ ਚਲੇ ਗਏ। ਫਿਰ ਵੀ ਉਸ ਮੌਤ ਤੋਂ ਜਿੱਥੋਂ ਮਿੱਤਰ ਨੇ ਆਉਣਾ, ਇੱਕੋ ਹੀ ਦਰਵਾਜ਼ਾ ਰੱਖਿਆ ਉਹਨਾਂ ਨੇ ਆਪਣੇ ਮਿੱਤਰਾਂ ਵਾਸਤੇ, ਦੁਸ਼ਮਣ ਲਈ ਕੋਈ ਨਹੀਂ, ਕਿਉਂਕਿ ਦੁਸ਼ਮਣ ਆਏਗਾ ਮਾਰੇਗਾ। ਮਹਾਰਾਜ ਕਹਿੰਦੇ ਜਿਹੜੇ ਦਰਵਾਜ਼ੇ ਤੋਂ ਮਿੱਤਰ ਆਉਂਦੇ ਆ, ਮੌਤ ਵੀ ਉਸੇ ਦਰਵਾਜ਼ੇ ਤੋਂ ਆਉਂਦੀ। ਔਰ ਆਈ ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਭੰਨ ਕੇ ਇੰਨੇ ਸਿਪਾਹ ਸਲਾਰ ਹੁੰਦਿਆਂ, ਇੰਨੀਆਂ ਉੱਚੀਆਂ ਉੱਚੀਆਂ ਕਿਲੇ ਦੀਆਂ ਕੰਧਾਂ, ਇੰਨੀਆਂ ਚੌੜੀਆਂ ਕੰਧਾਂ, ਨਾਲ ਇੱਕ ਖਾਈ ਆ, ਖਾਈ 'ਚ ਪਾਣੀ ਆ, ਪਾਣੀ 'ਚ ਮਗਰਮੱਛ ਛੱਡੇ ਹੋਇਆ। ਕੋਈ ਪਾਣੀ ਦੇ ਰਾਹੀਂ ਇਧਰੋਂ ਨਾ ਕਿਲੇ ਦੀ ਕੰਧ ਹੀ ਨਾ ਚੜ ਜਾ, ਮਗਰਮੱਛ ਉਹਦੇ ਛੱਡਿਆ। ਇੰਨਾ ਬੰਦੋਬਸਤ ਕਰਨ ਤੋਂ ਬਾਅਦ ਵੀ ਸਤਿਗੁਰੂ ਕਹਿੰਦੇ ਅੰਤ ਕੋ ਅੰਤ ਕੇ ਧਾਮ ਸੁਧਾਰੇ, ਫਿਰ ਵੀ ਉਹ ਮੌਤ ਦੇ ਦੇਸ਼ ਚਲੇ ਗਏ, ਫਿਰ ਵੀ ਉਹ ਮੌਤ ਦੇ ਘਰ ਚਲੇ ਗਏ। ਤੇ ਸਤਿਗੁਰੂ ਕਹਿੰਦੇ ਆ ਕਿਸੇ ਨੇ ਜਦੋਂ ਮੌਤ ਨੇ ਆਉਣਾ ਭਾਈ, ਨਾ ਕਿਸੇ ਕਿਲੇ ਦੀ ਕੰਧ ਨੇ ਰੋਕਣਾ, ਤੇ ਨਾ ਤੈਨੂੰ ਕਿਸੇ ਸਿਪਾਹ ਸਲਾਰ ਨੇ ਉਸ ਮੌਤ ਨੂੰ ਰੋਕਣਾ, ਨਾ ਤੇਰੇ ਮਾਇਆ। ਸਿਕੰਦਰ ਨੇ ਮਾਇਆ ਦਾ ਢੇਰ ਲਾ ਕੇ ਵੀ ਮਾਇਆ ਨੂੰ ਵੀ ਪੁੱਛਿਆ ਸੀ ਕਿ ਅੱਜ ਮੈਨੂੰ ਮੌਤ ਆਈ ਆ, ਤੂੰ ਕੀ ਕਰੇਗੀ? ਉਹ ਕਹਿੰਦੀ ਖਸਮ ਮਰੈ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਰੋਵੇ। ਉਹਨੇ ਰਾਣੀਆਂ ਨੂੰ ਪੁੱਛਿਆ ਆਪਣੇ, ਵੀ ਤੁਹਾਡੇ ਲਈ ਮੈਂ ਸਭ ਕੁਝ ਕੀਤਾ, ਤੁਸੀਂ ਅੱਜ ਮੌਤ ਆਈ ਆ, ਦੱਸੋ ਸਾਡੇ ਮੇਰੇ ਲਈ ਮਰੋ। ਉਹ ਕਹਿੰਦੇ ਨਹੀਂ, ਬਸ ਇਹ ਸੰਬੰਧ ਅਸੀਂ ਜੀਵਨ ਸਾਥੀਆਂ, ਮਰਨ ਸਾਥੀ ਨਹੀਂ। ਨੌਕਰਾਂ ਚਾਕਰਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅੱਜ ਤੁਸੀਂ ਗੱਦੀ ਤੇ ਬੈਠੇ ਹੋ, ਤੁਹਾਨੂੰ ਸਲਾਮ ਹੈ, ਕੱਲ ਤੁਹਾਡੀ ਜਗ੍ਹਾ ਕੋਈ ਹੋਰ ਰਿਹਾ ਸੀ ਤਾਂ ਸਲਾਮ ਕਰਨੀ ਉਹਨੂੰ ਕਰਦੇ ਆ। ਕੋਈ ਤੁਰਨ ਲਈ ਤਿਆਰ ਨਹੀਂ, ਨਾ ਕੋਈ ਮੌਤ ਤੋਂ ਬਚਾਵੇ। ਮਹਾਰਾਜ ਸਾਹਿਬ ਕਹਿ ਰਿਹਾ ਭਾਈ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕਿਸ ਧਾਮ ਸੁਧਾਰੇ। ਇੱਥੇ ਦੋ ਗੱਲਾਂ ਨੇ, ਦੇਖੋ ਰਾਜੇ ਹੋਣ, ਪਰਜਾ ਹੋਵੇ, ਕੋਈ ਆਮ ਹੋਵੇ, ਕੋਈ ਖਾਸ ਹੋਵੇ, ਮੌਤ ਸਭ ਨੂੰ ਆਉਣੀ ਹੈ, ਸਭ ਨਾਲ ਮਰਨਾ ਆਇਆ, ਕੋਈ ਵੀ ਨਹੀਂ ਬਚੇਗਾ। ਹਾਂ, ਮਰਨ ਮਰਨ ਵਿੱਚ ਅੰਤਰ ਹੈ, ਕੋਈ ਰੱਬੀ ਗੁਣ ਗਾ ਕੇ ਜਾ ਰਿਹਾ ਹੈ, ਕੋਈ ਪਾਪਾਂ ਦੀਆਂ ਪੰਡਾਂ ਬਣ ਕੇ। ਲੋਕ ਕਈ ਤਾਂ ਮਾਰੇ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਮਨ, ਗੁਣ ਗਵਾ ਕੇ ਔਗਣਾਂ ਦੀਆਂ ਪੰਡਾਂ ਬਣ ਕੇ ਤੁਰਦੇ ਆ। ਤੇ ਵਿਰਲ ਰਾਜੇ ਜਨਕ ਵਰਗੇ ਵੀ ਨੇ, ਭਗਤ ਵੱਡਾ ਰਾਜਾ ਜਨ ਕਿਆ ਮਰੇ ਨੇ। ਰਾਜਾ ਵੀ ਹੈ, ਵੱਡਾ ਵੀ ਹੈ, ਤੇ ਭਗਤ ਵੀ ਹੈ। ਕਿਉਂ? ਕਿਉਂਕਿ ਉਹਨੇ ਰਾਜ ਭਾਗ ਵਿੱਚ ਬੈਠਿਆ ਰੱਬ ਨੂੰ ਯਾਦ ਰੱਖਿਆ, ਪਰਮਾਤਮਾ ਨੂੰ ਯਾਦ ਰੱਖਿਆ। ਨਹੀਂ ਤਾਂ ਇੱਥੇ ਕੋਈ ਰਾਜਾ ਰਾਜਾ ਹੀ ਰਿਹਾ, ਭਗਤ ਭਗਤ ਹੀ ਰਿਹਾ। ਗੋਪੀ ਚੰਦ ਭਰਤਰੀ ਵਰਗੇ ਜਦੋਂ ਭਗਤੀ ਮਾਰਗ ਤੇ ਰਾਜ ਭਾਗ ਛੱਡ ਕੇ ਆਇਓ, ਬਰਾਬਰ ਨਹੀਂ ਰੱਖ ਸਕੇ ਦੋਵਾਂ ਚੀਜ਼ਾਂ ਨੂੰ। ਇੱਥੇ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਇੱਥੇ ਭਾਈ ਦੋਵੇਂ ਕਨਸੈਪਟ ਇਕੱਠੇ ਚੱਲਦੇ ਆ, ਮੇਰੀ ਪੀਰੀ ਤੇ ਮੇਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਦੇਗ ਤੇਗ, ਰਵਾਬ ਨਗਾਰਾ। ਇੱਥੇ ਦੋਵੇਂ ਸੰਕਲਪ ਇਕੱਠੇ ਚੱਲ ਰਹੇ ਆ। ਇਹ ਸਤਿਗੁਰਾਂ ਨੇ ਸਾਡੇ ਤੇ ਬੜੀ ਵੱਡੀ ਬਖਸ਼ਿਸ਼ ਕੀਤੀ, ਇੱਕ ਵਿਲੱਖਣ ਸਾਨੂੰ ਇਹ ਸਿਧਾਂਤ ਦਿੱਤਾ ਹੈ। ਅਸੀਂ ਰਾਜ ਵੀ ਕਰ ਸਕਦੇ ਹਾਂ, ਰਾਜ ਵਿੱਚ ਬੈਠਿਆਂ ਰੱਬ ਨੂੰ ਯਾਦ ਵੀ ਕਰ। ਤਾਂ ਹੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਇਕੱਠੇ ਆ। ਭਗਤੀ ਸ਼ਕਤੀ, ਹਾਂ ਰੱਬੀ ਯਾਦ ਪਹਿਲਾਂ ਹੋਵੇ, ਫਿਰ ਇਹ ਰਾਜ ਭਾਗ ਵੀ ਸ਼ੋਭਾ ਦਿੰਦੇ ਆ। ਜੇ ਰਾਜ ਭਾਗ ਕੱਲਾ ਰੱਬੀ ਯਾਦ ਨਹੀਂ, ਇਹੋ ਜਿਹੇ ਰਾਜਿਆਂ ਨੂੰ ਗੁਰਮਤ ਵਿੱਚ ਕੋਈ ਪ੍ਰਵਾਨਗੀ ਨਹੀਂ ਹੈ, ਕੋਈ ਥਾਂ ਨਹੀਂ ਹੈ। ਬਲਕਿ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਤਿਗੁਰਾਂ ਨੇ ਸਾਰਿਆਂ ਨੂੰ ਸੁਚੇਤ ਕੀਤਾ, ਭਾਈ ਬਿਨ ਹਰ ਭਜਨ ਨਾਹੀਂ ਛੁਟਕਾਰਾ, ਕਹੋ ਨਾਨਕ ਇਹ ਤਤ ਵਿਚਾਰਾ। ਭਜਨ ਤੋਂ ਬਿਨਾ ਨਹੀਂ ਜੀਵਨ ਨੇ ਸਫਲ ਹੋਣਾ। ਭਜਨ ਕਰੋ, ਬੰਦਗੀ ਕਰੋ, ਸੇਵਾ ਕਰੋ, ਸਿਮਰਨ ਕਰੋ, ਚੰਗੇ ਕਰਮ ਕਰੋ, ਜਿਸ ਕਰਕੇ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਅਸੀਂ ਭਾਗੀ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸਿਓ ਮੇਲ, ਸਾਰੀ ਸੰਗਤ ਆਨੰਦ ਸਾਹਿਬ